2 ਦਿਨ ਤੋਂ ਕਮਰੇ ਵਿੱਚ ਭੁੱਖੀ ਬੰਦ ਸਿਮਰਨ ਜੀ ਦਾ ਅੱਜ ਦਰਵਾਜ਼ਾ ਖੋਲ੍ਹਿਆ ਗਿਆ ਸੀ। ਜਿਵੇਂ ਹੀ ਦਰਵਾਜ਼ਾ ਖੁੱਲ੍ਹਿਆ, ਉਹ ਨੂੰਹ ਦੇ ਪਿੱਛੇ-ਪਿੱਛੇ ਹੱਥ ਜੋੜ ਕੇ ਗਿੜਗਿੜਾਉਂਦੇ ਹੋਏ ਬੋਲਦੀ ਜਾ ਰਹੀ ਸੀ। "ਨੂੰਹ, ਹੁਣ ਤਾਂ ਖਾਣਾ ਦੇ ਦੇ ਬੇਟਾ, ਬਹੁਤ ਭੁੱਖ ਲੱਗੀ ਹੈ। ਦੇਖ ਹੁਣ ਇਸ ਬੁੱਢੀ ਤੋਂ ਬਰਦਾਸ਼ਤ ਨਹੀਂ ਹੋਵੇਗਾ। ਨੂੰਹ, ਬਾਸੀ ਤਾਜ਼ਾ ਜੋ ਵੀ ਹੋ ਦੇ ਦੋ, ਹੁਣ ਬਰਦਾਸ਼ਤ ਨਹੀਂ ਹੋ ਪਾ ਰਿਹਾ ਹੈ।" ਕਹਿੰਦੇ ਸਿਮਰਨ ਜੀ ਫੁੱਟ-ਫੁੱਟ ਕੇ ਰੋਣ ਲੱਗੀ ਕਿ ਜਦੀ ਉਹਨਾਂ ਦੀ ਨੂੰਹ ਸੁਨੀਤਾ ਅੱਖ ਦਿਖਾ ਕੇ ਬੋਲੀ, "ਬੁੱਢੀ ਚੁੱਪ-ਚਾਪ ਇੱਥੇ ਹੀ ਬੈਠੀ ਰਹਿ, ਨਹੀਂ ਤਾਂ ਉਹ ਵੀ ਨਹੀਂ ਦੂੰਗੀ।" ਸਿਮਰਨ ਜੀ ਕਿਸੀ ਛੋਟੇ ਬੱਚੇ ਦੀ ਤਰ੍ਹਾਂ ਉੱਥੇ ਹੀ ਜ਼ਮੀਨ ਪਰ ਬੈਠ ਗਈ। ਜਦੀ ਸੁਨੀਤਾ ਭੜਕਦੀ ਅਤੇ ਬੁੜਬੁੜਾਉਂਦੀ ਹੋਈ ਬਾਹਰ ਆਈ। ਇੱਕ ਕਟੋਰੇ ਵਿੱਚ ਬਾਸੀ ਚਾਵਲ ਅਤੇ ਨਮਕ ਲਏ ਹੋਏ ਅਤੇ ਉਹਨਾਂ ਦੇ ਸਾਹਮਣੇ ਇੱਕ ਟੁੱਟੀ ਕਟੋਰੀ ਵਿੱਚ ਪਾ ਕੇ ਕਹਿੰਦੀ ਹੈ, "ਲੈ ਬੁੱਢੀ, ਢੂਸ ਲੈ। 70 ਸਾਲ ਦੀ ਹੋ ਗਈ ਹੈ, ਪਰ ਹੁਣੇ ਵੀ ਭੁੱਖ ਕਿੰਨੀ ਲੱਗਦੀ ਹੈ। ਲੱਗਦਾ ਹੈ ਸਵਰਗ ਸਿਧਾਰਨੇ ਤੱਕ ਮੈਨੂੰ ਕੰਗਾਲ ਹੀ ਕਰ ਦੇਵੇਗੀ।" ਸਿਮਰਨ ਜੀ ਦੀ ਨੂੰਹ ਸੁਨੀਤਾ ਨੇ ਕਿਹਾ। ਖਾਣੇ ਨੂੰ ਜੋ ਸੁਨੀਤਾ ਲਿਆ ਰਹੀ ਸੀ, ਸਿਮਰਨ ਜੀ ਉਸਦੇ ਪਿੱਛੇ ਇਵੇਂ ਜਾ ਰਹੀ ਸੀ ਮਾਨੋ ਉਹ ਕਦ ਤੋਂ ਭੁੱਖੀ ਬੈਠੀ ਹੋਣ। ਸੁਨੀਤਾ ਦੇ ਉਸ ਕਟੋਰੀ ਵਿੱਚ ਬਾਸੀ ਚਾਵਲ ਪਾਉਂਦੇ ਹੀ ਸਿਮਰਨ ਜੀ ਝਟਪਟ ਉਸ ਨੂੰ ਖਾਣ ਲੱਗਦੀ ਹਨ। ਉਹ ਸੀ ਤਾਂ ਸਿਰਫ ਰਾਤ ਦਾ ਬਚਿਆ ਭਾਤ ਅਤੇ ਨਮਕ ਹੀ, ਪਰ ਉਸ ਨੂੰ ਵੀ ਉਹ ਇੰਨੇ ਚਾਅ ਨਾਲ ਖਾ ਰਹੀ ਸੀ, ਸ਼ਾਇਦ ਉਸ ਭਾਤ ਤੋਂ ਜ਼ਿਆਦਾ ਉਹਨਾਂ ਦੀ ਭੁੱਖ ਪੁਰਾਣੀ ਸੀ। ਸਿਮਰਨ ਜੀ ਨੂੰ ਇਵੇਂ ਖਾਂਦਾ ਦੇਖ ਸੁਨੀਤਾ ਜਲ ਭੁੰਨ ਜਾਂਦੀ ਹੈ ਅਤੇ ਉਹ ਸਿਮਰਨ ਜੀ ਦੇ ਕਟੋਰੀ ਦੇ ਭਾਤ ਨੂੰ ਜ਼ਮੀਨ ਪਰ ਪਾ ਦਿੰਦੀ ਹੈ। ਸਿਮਰਨ ਜੀ ਨੇ ਥੋੜ੍ਹੀ ਦੇਰ ਤੱਕ ਉਸ ਨੂੰ ਦੇਖਿਆ ਅਤੇ ਫਿਰ ਜ਼ਮੀਨ ਤੋਂ ਹੀ ਖਾਣ ਲੱਗ ਜਾਂਦੀ ਹਨ। ਇੰਨੇ ਵਿੱਚ ਸੁਨੀਤਾ ਦੀ ਕੁਝ ਸਹੇਲੀਆਂ ਵੀ ਉੱਥੇ ਆ ਜਾਂਦੀ ਹਨ ਅਤੇ ਸਿਮਰਨ ਜੀ ਨੂੰ ਇਵੇਂ ਖਾਂਦੇ ਦੇਖ ਖਿਲਖਿਲਾ ਕੇ ਹੱਸਦੇ ਹੋਏ ਉਹਨਾਂ ਦਾ ਮਜ਼ਾਕ ਬਣਾਉਣ ਲੱਗਦੀ ਹਨ। ਸਿਮਰਨ ਜੀ ਇੰਨੇ ਦਿਨਾਂ ਤੋਂ ਭੁੱਖੀ ਸੀ, ਉਹਨਾਂ ਪਰ ਕਿਸੇ ਦੇ ਹੱਸਣੇ ਦਾ ਕੋਈ ਫਰਕ ਨਹੀਂ ਪਿਆ, ਨਾ ਹੀ ਉਹਨਾਂ ਨੂੰ ਅਪਮਾਨ ਮਹਿਸੂਸ ਹੋਇਆ ਹੈ। ਹੁਣ ਭੁੱਖ ਦੇ ਅੱਗੇ ਇਨਸਾਨ ਇੰਨਾ ਲਾਚਾਰ ਹੋ ਜਾਂਦਾ ਹੈ ਕਿ ਉਸ ਨੂੰ ਅੱਗੇ ਪਿੱਛੇ ਕੁਝ ਦਿਖਾਈ ਨਹੀਂ ਦਿੰਦਾ। ਸੁਨੀਤਾ ਦੀ ਇੱਕ ਸਹੇਲੀ ਬੋਲੀ, "ਅਰੇ ਵਾਹ ਸੁਨੀਤਾ, ਤੂੰ ਹੁਣ ਭਿਖਾਰੀਆਂ ਨੂੰ ਵੀ ਖਾਣਾ ਖਿਲਾਣਾ ਸ਼ੁਰੂ ਕਰ ਦਿੱਤਾ। ਤੂੰ ਇਹ ਨੇਕ ਕੰਮ ਕਦ ਤੋਂ ਕਰਨ ਲੱਗੀ?" ਸੁਨੀਤਾ ਮੂੰਹ ਬਣਾਉਂਦੇ ਹੋਏ ਬੋਲੀ, "ਅਰੇ ਨਹੀਂ ਨਹੀਂ, ਇਹ ਤਾਂ ਸੱਸ ਹੈ ਮੇਰੀ, ਪਿੰਡ ਦੀ ਅਨਪੜ੍ਹ ਗਵਾਰ ਹੈ, ਇਸ ਲਈ ਤਾਂ ਇਵੇਂ ਜਾਨਵਰਾਂ ਦੀ ਤਰ੍ਹਾਂ ਖਾ ਰਹੀ ਹੈ।" ਸਿਮਰਨ ਜੀ ਜ਼ਮੀਨ ਪਰ ਪਏ ਖਾਣੇ ਨੂੰ ਬੜੇ ਪਿਆਰ ਨਾਲ ਖਾਂਦੇ ਜਾ ਰਹੀ ਸੀ। ਉਹ ਬਾਸੀ ਚਾਵਲ ਨਮਕ ਵੀ ਉਹਨਾਂ ਨੂੰ ਕਿਸੇ ਪਕਵਾਨ ਤੋਂ ਘੱਟ ਨਹੀਂ ਲੱਗ ਰਿਹਾ ਸੀ। ਉਹਨਾਂ ਨੂੰ ਦੇਖ ਕੇ ਕਿਸੇ ਵੀ ਦਿਆਲੂ ਇਨਸਾਨ ਦੀ ਅੱਖਾਂ ਵਿੱਚ ਹੰਝੂ ਆ ਜਾਣ। ਪਰ ਦੂਸਰੀ ਤਰਫ ਸੁਨੀਤਾ ਦੀ ਸਹੇਲੀਆਂ ਉਹਨਾਂ ਪਰ ਬੇਸ਼ਰਮ ਦੀ ਤਰ੍ਹਾਂ ਹੱਸ ਰਹੀ ਸੀ। "ਨੂੰ ਥੋੜ੍ਹਾ ਜਿਹਾ ਹੋਰ ਦੇ ਦੇ ਬੇਟਾ," ਸਿਮਰਨ ਜੀ ਨੇ ਗੁਹਾਰ ਲਗਾਉਂਦੇ ਹੋਏ ਆਪਣੀ ਨੂੰਹ ਨੂੰ ਕਿਹਾ, ਪਰ ਉਹ ਆਪਣੀ ਸਹੇਲੀਆਂ ਦੀ ਗੱਲਾਂ ਵਿੱਚ ਇੰਨੀ ਗੁੰਮ ਸੀ ਕਿ ਸਿਮਰਨ ਜੀ ਦੀ ਆਵਾਜ਼ ਉਸਦੇ ਕੰਨਾਂ ਤੱਕ ਪਹੁੰਚ ਹੀ ਨਹੀਂ ਰਹੀ ਸੀ ਕਿ ਜਦੀ ਉਸਦੀ ਇੱਕ ਸਹੇਲੀ ਨੇ ਮੇਜ਼ ਪਰ ਰੱਖਿਆ ਇੱਕ ਪੀਜ਼ਾ ਦਾ ਟੁਕੜਾ ਲੈ ਜਾ ਕੇ ਸਿਮਰਨ ਜੀ ਦੀ ਤਰਫ ਵਧਾਉਂਦੀ ਹੈ। ਉਸ ਟੁਕੜੇ ਨੂੰ ਦੇਖ ਕੇ ਸਿਮਰਨ ਜੀ ਦੀ ਅੱਖਾਂ ਵਿੱਚ ਚਮਕ ਆ ਜਾਂਦੀ ਹੈ, ਪਰ ਜਿਵੇਂ ਹੀ ਉਹਨਾਂ ਨੇ ਉਹ ਟੁਕੜਾ ਫੜਨੇ ਦੇ ਲਈ ਆਪਣਾ ਹੱਥ ਵਧਾਇਆ, ਉਸਨੇ ਆਪਣਾ ਹੱਥ ਪਿੱਛੇ ਖਿੱਚ ਲਿਆ। ਉਹ ਕਦੀ ਉਸ ਟੁਕੜੇ ਨੂੰ ਸਿਮਰਨ ਜੀ ਦੇ ਅੱਗੇ ਕਰਦੀ ਤਾਂ ਕਦੀ ਪਿੱਛੇ ਖਿੱਚ ਲੈਂਦੀ ਅਤੇ ਸਾਰੀ ਸਹੇਲੀਆਂ, ਜੋ ਕਿ ਅਮੀਰ ਘਰਾਣੇ ਦੀ ਇੱਕ ਨੰਬਰ ਦੀ ਬਿਗੜੇਲ ਔਰਤ ਸੀ, ਸਿਮਰਨ ਜੀ ਦੀ ਦਸ਼ਾ ਪਰ ਹੱਸ ਦਿੰਦੀ। ਇਹ ਸਭ ਦੇਖ ਕੇ ਸਿਮਰਨ ਜੀ ਦੀ ਅੱਖਾਂ ਵਿੱਚ ਹੰਝੂ ਆ ਗਏ ਤਾਂ ਉਹ ਉਸ ਟੁਕੜੇ ਨੂੰ ਜ਼ਮੀਨ ਪਰ ਸੁੱਟਦੇ ਹੋਏ ਬੋਲੀ, "ਲੈ ਬੁੱਢੀ, ਖਾ ਲੈ।" ਸੁਨੀਤਾ ਵੀ ਉੱਥੇ ਹੀ ਮੇਜ਼ ਪਰ ਬੈਠੀ ਆਪਣੀ ਸਹੇਲੀਆਂ ਦੇ ਨਾਲ ਸਿਮਰਨ ਜੀ ਦਾ ਤਮਾਸ਼ਾ ਬਣਦੇ ਹੋਏ ਦੇਖ ਰਹੀ ਸੀ ਕਿ ਜਦੀ ਆਪਣੇ ਗਲ ਪਰ ਪਏ ਥੱਪੜ ਨਾਲ ਹਸੀ ਟਿਟੋਲੀ ਦੀ ਆਵਾਜ਼ ਸਨਾਟੇ ਵਿੱਚ
ਪਸਰ ਗਈ। ਕੌਣ ਹੈ ਤੂੰ? ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਥੱਪੜ ਮਾਰਨੇ ਦੀ? ਕਿ ਇੱਕ ਹੋਰ ਥੱਪੜ ਸੁਨੀਤਾ ਦੀ ਸਹੇਲੀ ਦੇ ਗਲ ਪਰ ਪਿਆ ਤਾਂ ਉਹ ਸਿੱਧਾ ਸਿਮਰਨ ਦੇ ਕਦਮਾਂ ਵਿੱਚ ਜਾ ਕੇ ਗਿਰ ਪਈ। ਸੁਨੀਤਾ ਅਤੇ ਉਸਦੀ ਸਾਰੀ ਸਹੇਲੀਆਂ ਹੈਰਾਨੀ ਭਰੀ ਨਜ਼ਰਾਂ ਨਾਲ ਉਸ ਨੂੰ ਦੇਖੇ ਜਾ ਰਹੀ ਸੀ ਕਿ ਜਦੀ ਸੁਨੀਤਾ ਡਰਦੇ ਹੋਏ ਕਦਮਾਂ ਨਾਲ ਉਸਦੇ ਕੋਲ ਜਾ ਕੇ ਬੋਲੀ, ਦੀਦੀ ਇਹ ਕਿਆ ਤਮੀਜ਼ ਹੈ ਘਰ ਦੇ ਮਹਿਮਾਨਾਂ ਨਾਲ ਪੇਸ਼ ਆਉਣੇ ਦੀ? ਕਿ ਜਦੀ ਇੱਕ ਜ਼ੋਰਦਾਰ ਥੱਪੜ ਸੁਨੀਤਾ ਦੇ ਗਲ ਪਰ ਵੀ ਪਿਆ। ਸ਼ਰਮ ਨਹੀਂ ਆਉਂਦੀ ਭਾਬੀ ਤੁਹਾਨੂੰ ਇੱਕ ਬੁੱਢੀ ਲਾਚਾਰ ਮਾਂ ਦੇ ਨਾਲ ਇਹੋ ਜਿਹਾ ਕਰਵਾਉਂਦੇ ਹੋਏ? ਸੁਮਨ ਗੁੱਸੇ ਵਿੱਚ ਚੀਕਦੇ ਹੋਏ ਬੋਲੀ, ਜੇਕਰ ਤੁਸੀਂ ਲੋਕਾਂ ਨੇ ਹੁਣੇ ਇਸੀ ਵਕਤ ਮੇਰੀ ਮਾਂ ਤੋਂ ਮਾफ़ੀ ਨਹੀਂ ਮੰਗੀ ਤਾਂ ਤੁਸੀਂ ਲੋਕਾਂ ਦਾ ਉਹ ਹਾਲ ਕਰੂੰਗੀ ਕਿ ਤੁਸੀਂ ਦੁਬਾਰਾ ਕਿਸੇ ਗਰੀਬ ਦਾ ਮਜ਼ਾਕ ਬਣਾਉਣੇ ਤੋਂ ਪਹਿਲਾਂ 10 ਵਾਰ ਸੋਚੋਗੇ, ਸਮਝੇ? ਸੁਮਨ ਨੂੰ ਗੁੱਸੇ ਵਿੱਚ ਦਹਿਕਦਾ ਹੋਇਆ ਦੇਖ ਸੁਨੀਤਾ ਦੀ ਸਾਰੀ ਸਹੇਲੀਆਂ ਨੇ ਸਿਮਰਨ ਤੋਂ ਹੱਥ ਜੋੜ ਕੇ ਮਾफ़ੀ ਮੰਗੀ ਅਤੇ ਇੱਕ ਇੱਕ ਕਰਕੇ ਉੱਥੇ ਤੋਂ 9 2 11 ਹੋ ਗਈ। ਸੁਮਨ ਇੱਕ ਸਮਾਜ ਸੇਵਿਕਾ ਹੈ ਜੋ ਕਿ ਇਵੇਂ ਹੀ ਲਾਚਾਰ ਬਜ਼ੁਰਗ ਲੋਕਾਂ ਦੀ ਸੇਵਾ ਕਰਦੀ ਹੈ ਅਤੇ ਆਪਣੇ ਜੈਸੀ ਕਈ ਔਰਤਾਂ ਦੇ ਨਾਲ ਮਿਲ ਕੇ ਇੱਕ ਸੰਸਥਾ ਵੀ ਚਲਾਉਂਦੀ ਹੈ, ਜਿਸ ਕਾਰਨ ਉਸਦੀ ਪਹੁੰਚ ਵੀ ਕਾਫੀ ਦੂਰ ਤੱਕ ਹੈ। ਇਸ ਕਾਰਨ ਸੁਨੀਤਾ ਸੁਮਨ ਦੀ ਤੇਜ਼ ਆਵਾਜ਼ ਤੋਂ ਵੀ ਕੰਬ ਉੱਠਦੀ ਹੈ। ਭਾਬੀ ਤੁਸੀਂ ਅਰੇ ਮੰਨਿਆ ਕਿ ਤੁਹਾਡੀ ਮਾਂ ਨਹੀਂ ਹੈ ਤਾਂ ਕਿਆ ਦੂਸਰੇ ਦੀ ਮਾਂ ਦਾ ਮਾਨ ਸਨਮਾਨ ਕਿਆ ਹੁੰਦਾ ਹੈ ਉਹ ਕਿਆ ਤੁਸੀਂ ਭੁੱਲ ਗਈ ਹੋ? ਕਿਆ ਕਮੀ ਰੱਖੀ ਸੀ ਮੇਰੀ ਮਾਂ ਨੇ ਤੁਹਾਨੂੰ? ਵਿਆਹ ਦੇ 1 ਮਹੀਨੇ ਤੱਕ ਤੁਹਾਨੂੰ ਧਰਤੀ ਪਰ ਕਦਮ ਨਹੀਂ ਰੱਖਣ ਦਿੱਤਾ ਸੀ, ਪਲਕਾਂ ਪਰ ਬਿਠਾ ਕੇ ਰੱਖਦੀ ਸੀ ਤੁਹਾਨੂੰ। ਇੱਥੇ ਤੱਕ ਕਿ ਤੁਹਾਨੂੰ ਜਲਦੀ ਉੱਠਣੇ ਦੀ ਆਦਤ ਨਹੀਂ ਸੀ ਅਤੇ ਬਿਸਤਰ ਪਰ ਜਦ ਤੱਕ ਚਾਹ ਨਾ ਮਿਲੇ ਤਾਂ ਤੁਹਾਡੀ ਅੱਖ ਨਹੀਂ ਖੁੱਲ੍ਹਦੀ ਸੀ। ਮੇਰੀ ਮਾਂ ਤੁਹਾਡੇ ਉੱਠਣੇ ਤੋਂ ਪਹਿਲਾਂ ਹੀ ਤੁਹਾਡੀ ਬੈੱਡ ਟੀ ਤੁਹਾਡੇ ਹੱਥ ਵਿੱਚ ਫੜਾ ਦਿੰਦੀ ਸੀ, ਚਾਹੇ ਉਹ ਕਿੰਨੀ ਵੀ ਤਕਲੀਫ ਵਿੱਚ ਕਿਉਂ ਨਾ ਹੋਣ। ਸਾਡੇ ਤੋਂ ਜ਼ਿਆਦਾ ਪਿਆਰ ਉਹਨਾਂ ਨੇ ਤੁਹਾਨੂੰ ਕੀਤਾ, ਇਹੀ ਸੋਚ ਕੇ ਕਿ ਬਚਪਨ ਤੋਂ ਤੁਹਾਨੂੰ ਮਾਂ ਦਾ ਪਿਆਰ ਨਹੀਂ ਮਿਲਿਆ ਤਾਂ ਉਹ ਇੱਥੇ ਤੁਹਾਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦੇਣਗੀ। ਪਰ ਤੁਸੀਂ ਮੇਰੀ ਮਾਂ ਦੀ ਮਮਤਾ ਉਹਨਾਂ ਦੇ ਪਿਆਰ ਦਾ ਹੀ ਸਿਲਾ ਦਿੱਤਾ। ਸੁਮਨ ਨੇ ਰੋਂਦੀ ਹੋਈ ਆਪਣੀ ਮਾਂ ਨੂੰ ਗਲੇ ਨਾਲ ਲਗਾ ਲਿਆ। ਸਿਮਰਨ ਇੱਕ ਸਿੱਧੀ ਸਾਦੀ ਮਹਿਲਾ ਸੀ। ਪੂਰਾ ਜੀਵਨ ਉਹਨਾਂ ਨੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਅਤੇ ਉਹਨਾਂ ਦੇ ਭਵਿੱਖ ਨੂੰ ਸੰਵਾਰਨੇ ਵਿੱਚ ਗੁਜ਼ਾਰ ਦਿੱਤਾ। ਕ੍ਰਿਸ਼ਨ ਸਿੰਘ ਇੱਕ ਕਰਿਆਨੇ ਦੀ ਦੁਕਾਨ ਚਲਾਉਂਦੇ ਸੀ। ਉਸੀ ਤੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਜਿਵੇਂ ਤਿਵੇਂ ਕਰਿਆ ਕਰਦੇ ਸੀ। ਹੌਲੀ ਹੌਲੀ ਬੱਚੇ ਵੱਡੇ ਹੋਣ ਲੱਗੇ ਅਤੇ ਜ਼ਰੂਰਤਾਂ ਵਧਣ ਲੱਗੀ ਸੀ ਤਾਂ ਉਹਨਾਂ ਨੇ ਰਾਤ ਨੂੰ ਵੀ ਕਿਤੇ ਕੰਮ ਫੜ ਲਿਆ ਅਤੇ ਵਿਚਾਰੇ ਬੱਚਿਆਂ ਦੀ ਖਵਾਇਸ਼ਾਂ ਨੂੰ ਪੂਰਾ ਕਰਨੇ ਦੇ ਲਈ ਕੰਮ ਕਰਨੇ ਦੀ ਮਸ਼ੀਨ ਬਣ ਕੇ ਰਹਿ ਗਏ ਸੀ। ਨਾ ਖਾਣੇ ਦੀ ਸੁੱਧ ਨਾ ਪਹਿਨਣੇ ਦੀ। ਬੱਚੇ ਵੱਡੇ ਹੋ ਗਏ ਸੀ, ਦੋਵੇਂ ਧੀਆਂ ਵਿਆਹਯੋਗ ਹੋ ਗਈ ਸੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਧੀਆਂ ਦਾ ਵਿਆਹ ਕੀਤਾ। ਪਰ ਜਿਵੇਂ ਹੀ ਪੁੱਤ ਦਾ ਵਿਆਹ ਹੋਇਆ ਉਹਨਾਂ ਦੀ ਹਾਲਤ ਹੋਰ ਵੀ ਬੱਤਰ ਹੁੰਦੀ ਗਈ। ਪੁੱਤ ਕੋਈ ਕੰਮ ਨਹੀਂ ਕਰਦਾ ਸੀ ਅਤੇ ਹੁਣ ਵੀ ਕ੍ਰਿਸ਼ਨ ਸਿੰਘ ਨੂੰ ਹੀ ਪੂਰੇ ਪਰਿਵਾਰ ਦਾ ਖਰਚਾ ਚੁੱਕਣਾ ਪੈਂਦਾ। ਇੱਕ ਰਾਤ 3 ਵਜੇ ਉਹ ਕੰਮ ਤੋਂ ਮੁੜ ਰਹੇ ਸੀ ਕਿ ਕਿਸੇ ਨੇ ਉਹਨਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਮੌਕੇ ਪਰ ਹੀ ਉਹਨਾਂ ਦੀ ਮੌਤ ਹੋ ਗਈ। ਉਸ ਦਿਨ ਦੇ ਬਾਅਦ ਤੋਂ ਸਿਮਰਨ ਨੂੰ ਆਪਣੀ ਸੁੱਧ ਹੀ ਨਹੀਂ ਰਹੀ। ਸਸੁਰ ਦੇ ਜਾਂਦੇ ਹੀ ਸੁਨੀਤਾ ਨੇ ਸਾਰਾ ਘਰ ਆਪਣੀ ਮੁੱਠੀ ਵਿੱਚ ਕਰ ਲਿਆ ਅਤੇ ਪੁੱਤ ਨੇ ਆਪਣੇ ਪਿਤਾ ਦੀ ਕਰਿਆਨੇ ਦੀ ਦੁਕਾਨ ਹੜੱਪ ਲਈ। ਪਰ ਜਾਣੇ ਤੋਂ ਪਹਿਲਾਂ ਕ੍ਰਿਸ਼ਨ ਸਿੰਘ ਇੱਕ ਕੰਮ ਚੰਗਾ ਕਰਕੇ ਗਏ ਸੀ। ਇਸ ਦੇ ਬਾਰੇ ਵਿੱਚ ਬਸ ਸੁਮਨ ਅਤੇ ਮੀਨਾ ਨੂੰ ਹੀ ਪਤਾ ਸੀ। ਇੱਕ ਸ਼ਾਮ ਨੂੰ ਸਿਮਰਨ ਆਪਣੇ ਮੰਜੇ ਪਰ ਬੈਠੀ ਸੀ ਕਿ ਜਦੀ ਉਹਨਾਂ ਦਾ ਪੋਤਾ ਵਿਸ਼ਾਲ ਇੱਕ ਪਲੇਟ ਵਿੱਚ ਕੁਝ ਪਕੌੜੇ ਖਾਂਦਾ ਅਤੇ ਫੋਨ ਚਲਾਉਂਦਾ ਹੋਇਆ ਆਉਂਦਾ ਹੈ। ਆਪਣੀ ਦਾਦੀ ਦੇ ਕੋਲ ਬੈਠ ਕੇ ਉਹਨਾਂ ਤੋਂ ਖਾਣੇ ਨੂੰ ਪੁੱਛਦਾ ਹੈ
ਅੱਜ ਪਤਾ ਨਹੀਂ ਕਿੰਨਾ ਸਮੇਂ ਗੁਜ਼ਰ ਗਿਆ ਸਿਮਰਨ ਜੀ ਨੂੰ ਇਹੋ ਜਿਹਾ ਖਾਣਾ ਖਾਏ ਹੋਏ। ਸ਼ਾਇਦ ਉਹਨਾਂ ਨੂੰ ਖੁਦ ਨੂੰ ਹੀ ਯਾਦ ਨਹੀਂ। ਪਕੌੜੇ ਦੇਖ ਕੇ ਉਹਨਾਂ ਦੇ ਮੂੰਹ ਵਿੱਚ ਪਾਣੀ ਤਾਂ ਆਇਆ, ਪਰ ਉਹ ਇੱਕ ਵੀ ਪਕੌੜਾ ਖਾਣੇ ਤੋਂ ਡਰ ਰਹੀ ਸੀ। ਵਿਸ਼ਾਲ ਬਾਰ-ਬਾਰ ਕਹਿ ਰਿਹਾ ਸੀ, ਲਓ ਨਾ ਦਾਦੀ, ਇੱਕ ਤਾਂ ਲੈ ਲਓ, ਪਰ ਸਿਮਰਨ ਜੀ ਮਨਾ ਕਰੀ ਜਾ ਰਹੀ ਸੀ। ਤਾਂ ਇਸ ਪਰ ਵਿਸ਼ਾਲ ਉਹਨਾਂ ਦੇ ਮੂੰਹ ਵਿੱਚ ਜ਼ਬਰਦਸਤੀ ਪਕੌੜਾ ਪਾ ਦਿੰਦਾ ਹੈ। ਉਹ ਪਕੌੜੇ ਦੇ ਮੂੰਹ ਵਿੱਚ ਜਾਂਦੇ ਹੀ ਇੱਕ ਤ੍ਰਿਪਤੀ ਦੀ ਝਲਕ ਦਿਖਦੀ ਹੈ ਸਿਮਰਨ ਜੀ ਦੇ ਚਿਹਰੇ ਪਰ। ਉਹ ਅੱਖ ਬੰਦ ਕਰ ਪਕੌੜੇ ਦਾ ਸਵਾਦ ਲੈ ਹੀ ਰਹੀ ਸੀ ਕਿ ਜਦੀ ਕਿਸੇ ਨੇ ਉਹਨਾਂ ਦੇ ਕੇਸ ਫੜ ਲਏ। ਜਦ ਸਿਮਰਨ ਜੀ ਦੀ ਅੱਖਾਂ ਖੁੱਲ੍ਹੀ ਤਾਂ ਸੁਨੀਤਾ ਉਹਨਾਂ ਦੇ ਕੇਸ ਫੜੇ ਹੋਏ ਖੜੀ ਸੀ ਅਤੇ ਵਿਸ਼ਾਲ ਵੀ ਡਰ ਦੇ ਮਾਰੇ ਜਾ ਚੁੱਕਾ ਸੀ। ਸੁਨੀਤਾ ਸਿਮਰਨ ਜੀ ਦੇ ਕੇਸ ਫੜ ਉਹਨਾਂ ਨੂੰ ਮੰਜੇ ਤੋਂ ਧੱਕਾ ਦਿੰਦੇ ਹੋਏ ਬੋਲੀ, ਬੁੱਢੀ ਹਿੰਮਤ ਕਿਵੇਂ ਹੋਈ ਤੇਰੀ ਮੇਰੇ ਪੁੱਤ ਤੋਂ ਪਕੌੜੇ ਖੋਹ ਕੇ ਖਾਣੇ ਦੀ? ਬਿਮਾਰ ਪੈ ਗਈ ਤਾਂ ਉਸਦਾ ਬਿੱਲ ਕਿਆ ਤੇਰਾ ਬਾਪ ਭਰੇਗਾ? ਸਿਮਰਨ ਜੀ ਰੋਂਦੇ ਹੋਏ ਬੋਲੀ, ਬੇਟਾ ਮੈਂ ਨਹੀਂ ਖੋਏ, ਉਹ ਤਾਂ ਵਿਸ਼ਾਲ ਨੇ ਖੁਦ ਹੀ ਜ਼ਬਰਦਸਤੀ ਮੇਰੇ ਮੂੰਹ ਵਿੱਚ ਪਾ ਦਿੱਤਾ। ਮੈਨੂੰ ਨਾ ਮਾਰੋ ਨੂੰ, ਅੱਗੇ ਤੋਂ ਨਹੀਂ ਖਾਊਂਗੀ, ਬਸ ਇੱਕ ਹੀ ਖਾਇਆ ਸੀ, ਬਸ ਇੱਕ ਹੀ ਖਾਇਆ ਸੀ, ਨਾ ਮਾਰੋ, ਸਿਮਰਨ ਜੀ ਰੋਂਦੀ ਹੋਈ ਕਹਿ ਰਹੀ ਸੀ। ਸੁਨੀਤਾ ਉਹਨਾਂ ਨੂੰ ਮਾਰਦੀ ਜਾ ਰਹੀ ਸੀ ਅਤੇ ਬੋਲੀ, ਬੁੱਢੀ ਇੱਕ ਤਾਂ ਕਦ ਤੋਂ ਮੇਰੀ ਛਾਤੀ ਪਰ ਮੂੰਗ ਤਲ ਰਹੀ ਹੈ, ਉੱਪਰ ਤੋਂ ਮੇਰੇ ਬਣਾਏ ਨਿਯਮ ਵੀ ਤੋੜ ਰਹੀ ਹੈ। ਅੱਜ ਜੋ ਤੇਰੇ ਬਦਨ ਨੂੰ ਨਾ ਤੋੜਿਆ ਤਾਂ ਮੇਰਾ ਨਾਮ ਵੀ ਸੁਨੀਤਾ ਨਹੀਂ, ਸੁਨੀਤਾ ਬੋਲੀ। ਅਤੇ ਇਸੇ ਤਰ੍ਹਾਂ ਬਹੁਤ ਦੇਰ ਤੱਕ ਉਹ ਸਿਮਰਨ ਜੀ ਨੂੰ ਬਹੁਤ ਕੁੱਟਦੀ ਰਹੀ। ਕੁੱਟ-ਕੁੱਟ ਕੇ ਜਦ ਸੁਨੀਤਾ ਦਾ ਗੁੱਸਾ ਸ਼ਾਂਤ ਹੁੰਦਾ ਹੈ, ਉਦੋਂ ਉਹ ਕਹਿੰਦੀ ਹੈ, ਅੱਜ ਪੂਰਾ ਦਿਨ ਤੈਨੂੰ ਖਾਣਾ ਨਹੀਂ ਮਿਲੇਗਾ। ਬੁੱਢੀ ਭੁਗਤ ਪਕੌੜੇ ਦੇ ਸਵਾਦ ਨੂੰ। ਸੁਨੀਤਾ ਦੀ ਮਾਰ ਨਾਲ ਸਿਮਰਨ ਜੀ ਬਹੁਤ ਦੇਰ ਤੱਕ ਉੱਥੇ ਹੀ ਜ਼ਮੀਨ ਪਰ ਬੇਸੁੱਧ ਪਈ ਰਹੀ। ਕਰੀਬ 1 ਘੰਟੇ ਬਾਅਦ ਵਿਸ਼ਾਲ ਡਰਦੇ ਡਰਦੇ ਆਇਆ ਅਤੇ ਆਪਣੀ ਦਾਦੀ ਨੂੰ ਪਾਣੀ ਪਿਲਾਇਆ। ਜਦ ਜਾ ਕੇ ਉਹਨਾਂ ਨੂੰ ਹੋਸ਼ ਆਇਆ, ਪਰ ਉਸ ਨੂੰ ਵੀ ਸੁਨੀਤਾ ਨੇ ਇੰਨਾ ਡਰਾ ਰੱਖਿਆ ਸੀ ਕਿ ਜੇਕਰ ਉਸ ਨੂੰ ਦਾਦੀ ਦੇ ਕੋਲ ਦੇਖ ਲਏ ਤਾਂ ਉਸ ਨੂੰ ਵੀ ਉਹ ਕਮਰੇ ਵਿੱਚ ਬੰਦ ਕਰਕੇ ਬਹੁਤ ਮਾਰਦੀ ਸੀ। ਉਸਨੇ ਤੁਰੰਤ ਪਾਣੀ ਪਿਲਾਇਆ ਅਤੇ ਉੱਥੇ ਤੋਂ ਆਪਣੇ ਕਮਰੇ ਵਿੱਚ ਚਲਾ ਗਿਆ। ਥੋੜੀ ਦੇਰ ਬਾਅਦ ਸਿਮਰਨ ਜੀ ਲੜਖੜਾਉਂਦੇ ਹੋਏ ਉੱਠੀ ਅਤੇ ਆਪਣੇ ਮੰਜੇ ਪਰ ਜਾ ਕੇ ਲੇਟ ਜਾਂਦੀ ਹਨ। ਉਹ ਪੂਰਾ ਦਿਨ ਬਸ ਬਾਹਰ ਵਿਹੜੇ ਵਿੱਚ ਇਵੇਂ ਹੀ ਪਈ ਰਹਿੰਦੀ, ਜਾਂ ਤਾਂ ਕੋਈ ਕੰਮ ਕਰਦੀ ਜਾਂ ਤਾਂ ਇਵੇਂ ਹੀ ਆਪਣੇ ਮੰਜੇ ਪਰ ਲੇਟੀ ਰਹਿੰਦੀ। ਗਰਮੀ ਹੋ, ਸਰਦੀ ਹੋ ਜਾਂ ਹੋ ਬਰਸਾਤ, ਘਰ ਦੇ ਅੰਦਰ ਉਹਨਾਂ ਨੂੰ ਜਾਣੇ ਦੀ ਇਜਾਜ਼ਤ ਨਹੀਂ ਸੀ। ਉਹਨਾਂ ਦਾ ਪੁੱਤ ਸੁਰੇਸ਼, ਜੋ ਕਿ ਬਾਜ਼ਾਰ ਵਿੱਚ ਆਪਣੇ ਪਾਪਾ ਦੀ ਬਣਾਈ ਹੋਈ ਕਰਿਆਨੇ ਦੀ ਦੁਕਾਨ ਨੂੰ ਚਲਾਉਂਦਾ ਸੀ, ਨਾ ਜਾਣੇ ਕਿੰਨੀ ਵਾਰ ਮਾਂ ਦੇ ਕੋਲ ਤੋਂ ਨਿਕਲਦਾ ਸੀ, ਪਰ ਕਦੀ ਆਪਣੀ ਮਾਂ ਤੋਂ ਉਹਨਾਂ ਦਾ ਹਾਲ ਚਾਲ ਵੀ ਨਹੀਂ ਪੁੱਛਦਾ ਸੀ। ਉੱਥੇ ਹੀ ਸੁਨੀਤਾ ਸਿਮਰਨ ਜੀ ਦੀ ਆਪ ਭਗਤ ਜਦੀ ਕਰਦੀ ਸੀ ਜਦ ਉਸਦੀ ਦੋਵੇਂ ਨਣਦਾਂ ਉੱਥੇ ਆਉਂਦੀ ਸੀ। ਉਹਨਾਂ ਦੇ ਸਾਹਮਣੇ ਉਹ ਸਿਮਰਨ ਜੀ ਨਾਲ ਬੜੇ ਚੰਗੇ ਨਾਲ ਪੇਸ਼ ਆਉਂਦੀ ਸੀ, ਪਰ ਧੀਆਂ ਜਦ ਆਪਣੇ ਘਰ ਵਾਪਿਸ ਚਲੀ ਜਾਂਦੀ ਸੀ ਤਾਂ ਸਾਰੀ ਸੇਵਾ ਸੁਨੀਤਾ ਸੂਤ ਸਮੇਤ ਵਸੂਲ ਕਰਦੀ ਸੀ। ਹਾਂ, ਸਿਮਰਨ ਜੀ ਨੇ ਕਈ ਵਾਰ ਚਾਹਿਆ ਕਿ ਧੀਆਂ ਨੂੰ ਸੁਨੀਤਾ ਅਤੇ ਸੁਰੇਸ਼ ਦੀ ਅਸਲੀਅਤ ਦੱਸ ਦੇਣ, ਪਰ ਫਿਰ ਇਹ ਸੋਚ ਕੇ ਡਰ ਜਾਂਦੀ ਕਿ ਕਿਤੇ ਇਹੋ ਜਿਹਾ ਕਰਨੇ ਨਾਲ ਸੁਨੀਤਾ ਉਹਨਾਂ ਨੂੰ ਇਸ ਘਰ ਤੋਂ ਹੀ ਨਾ ਕੱਢ ਦੇ। ਫਿਰ ਉਹ ਕਿੱਥੇ ਜਾਣਗੀ? ਕਿਤੇ ਫਿਰ ਉਹ ਜਾ ਕੇ ਧੀਆਂ ਦੇ ਸਿਰ ਪਰ ਬੋਝ ਨਾ ਬਣ ਜਾਣ। ਉਹ ਤਾਂ ਵੈਸੇ ਵੀ ਆਪਣੇ ਸਸੁਰਾਲ ਵਾਲਿਆਂ ਪਰ ਨਿਰਭਰ ਹਨ। ਇੱਕ ਸਵੇਰ ਸਿਮਰਨ ਜੀ ਨੂੰ ਖਬਰ ਮਿਲਦੀ ਹੈ ਕਿ ਉਹਨਾਂ ਦੀ ਛੋਟੀ ਧੀ ਸੁਮਨ ਆਉਣੇ ਵਾਲੀ ਹੈ। ਸਿਮਰਨ ਜੀ ਬੜੀ ਖੁਸ਼ ਹੋ ਜਾਂਦੀ ਹਨ। ਚਲੋ ਅੱਜ 1 ਸਾਲ ਬਾਅਦ ਕੁਝ ਚੰਗਾ ਖਾਣੇ ਨੂੰ ਮਿਲੇਗਾ, ਕਿਉਂਕਿ ਸੁਮਨ 1 ਸਾਲ ਪਹਿਲਾਂ ਆਈ ਸੀ ਆਪਣੀ ਦੀਦੀ ਮੀਨਾ ਦੇ ਨਾਲ। ਜਿੱਥੇ ਸੁਮਨ ਦੇ ਆਉਣੇ ਦਾ ਸੁਣ ਕੇ ਸਿਮਰਨ ਜੀ ਬੜੀ ਖੁਸ਼ ਸੀ, ਉੱਥੇ ਹੀ ਦੂਸਰੀ ਤਰਫ ਸੁਨੀਤਾ ਗੁੱਸੇ ਨਾਲ ਬੜਬੜਾ ਰਹੀ ਸੀ ਅਤੇ ਕਹਿ ਰਹੀ ਸੀ
ਇਹਨਾਂ ਨੂੰ ਹੋਰ ਕੋਈ ਕਾਮ-ਧਾਮ ਨਹੀਂ ਹੈ ਜੋ ਬਾਰ-ਬਾਰ ਮੂੰਹ ਚੁੱਕ ਕੇ ਮਾਇਕੇ ਆ ਜਾਂਦੀ ਹਨ। ਹੁਣ ਉਹਨਾਂ ਦੇ ਨਾਲ ਇਸ ਬੁੱਢੀ ਦੀ ਵੀ ਸੇਵਾ ਕਰੋ। ਮੇਰਾ ਬਸ ਚੱਲਦਾ ਤਾਂ ਇਸ ਬੁੱਢੀ ਨੂੰ ਜ਼ਹਿਰ ਹੀ ਦੇ ਦਾਂ, ਨਾ ਕੰਮ ਦੀ ਨਾ ਕਾਜ ਦੀ, ਦੁਸ਼ਮਣ ਅਨਾਜ ਦੀ। ਸੁਮਨ ਦੇ ਆਉਣੇ ਦਾ ਸਮੇਂ ਸ਼ਾਮ ਦਾ ਸੀ, ਪਰ ਉਹ ਜਲਦੀ ਹੀ ਆ ਗਈ ਅਤੇ ਉਸਦੀ ਖਬਰ ਉਸਨੇ ਪਹਿਲਾਂ ਤੋਂ ਆਪਣੇ ਭਾਈ ਭਾਬੀ ਨੂੰ ਨਹੀਂ ਦਿੱਤੀ, ਕਿਉਂਕਿ ਉਹ ਜਲਦੀ ਜਾ ਕੇ ਸਭ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ। ਪਰ ਸੁਮਨ ਨੇ ਜਿਵੇਂ ਹੀ ਘਰ ਵਿੱਚ ਕਦਮ ਰੱਖਿਆ ਤਾਂ ਮੰਜੇ ਪਰ ਲੇਟੀ ਆਪਣੀ ਮਾਂ ਨੂੰ ਦੇਖ ਉਸਦੀ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਹ ਕਹਿੰਦੀ ਹੈ, ਕਿਆ ਹੋਇਆ ਮਾਂ, ਤੁਸੀਂ ਇਵੇਂ ਬਾਹਰ ਕਿਉਂ ਲੇਟੀ ਹੋ? ਬੇਟੀ, ਉਹ ਅੰਦਰ ਬੜੀ ਗਰਮੀ ਹੋ ਰਹੀ ਸੀ ਤਾਂ ਬਾਹਰ ਖੁੱਲ੍ਹੀ ਹਵਾ ਵਿੱਚ ਆ ਗਈ ਹਾਂ। ਪਰ ਤੂੰ ਜਲਦੀ ਕਿਵੇਂ ਆ ਗਈ? ਸਿਮਰਨ ਜੀ ਨੇ ਆਪਣੀ ਬੇਟੀ ਨੂੰ ਝੂਠ ਬੋਲਦੇ ਹੋਏ ਕਿਹਾ। ਹਾਂ ਮਾਂ, ਮੈਨੂੰ ਪਹਿਲਾਂ ਹੀ ਟ੍ਰੇਨ ਮਿਲ ਗਈ, ਪਰ ਇੰਨੀ ਦੁਪਹਿਰ ਵਿੱਚ ਬਾਹਰ, ਇੱਥੇ ਤਾਂ ਤੁਸੀਂ ਤਪ ਜਾਓਗੀ। ਚਲੋ ਅੰਦਰ ਚਲੋ। ਇਹ ਕਹਿ ਕੇ ਸੁਮਨ ਸਿਮਰਨ ਜੀ ਦੇ ਨਾਲ ਅੰਦਰ ਜਾਂਦੀ ਹੈ। ਸੁਮਨ ਅਤੇ ਸਿਮਰਨ ਜੀ ਨੂੰ ਨਾਲ ਦੇਖ ਕੇ ਸੁਨੀਤਾ ਸਕਪਕਾ ਜਾਂਦੀ ਹੈ ਅਤੇ ਕਹਿੰਦੀ ਹੈ, ਅਰੇ ਸੁਮਨ, ਤੂੰ ਹੁਣੇ ਕਿਵੇਂ? ਸੁਨੀਤਾ ਦੀ ਇਸ ਹਰਕਤ ਪਰ ਸੁਮਨ ਦਾ ਗੁੱਸਾ ਜਵਾਲਾਮੁਖੀ ਬਣ ਕੇ ਦਹਿਕ ਰਿਹਾ ਸੀ, ਪਰ ਉਸਨੇ ਮੌਕੇ ਦੀ ਨਜ਼ਾਕਤ ਨੂੰ ਸਮਝਿਆ, ਕਿਉਂਕਿ ਉਹ ਜਿਸ ਮਕਸਦ ਨਾਲ ਇੱਥੇ ਮਾਂ ਦੇ ਲਈ ਆਈ ਸੀ ਉਹ ਉਸ ਨੂੰ ਹੁਣੇ ਨਹੀਂ ਖੋਲ੍ਹਣਾ ਚਾਹੁੰਦੀ ਸੀ। ਆਖਿਰ ਮਾਂ ਦੀ ਜ਼ਿੰਦਗੀ ਦਾ ਸਵਾਲ ਸੀ। ਸੁਮਨ ਬੋਲੀ, ਹਾਂ ਭਾਬੀ, ਜਲਦੀ ਹੀ ਟ੍ਰੇਨ ਮਿਲ ਗਈ, ਪਰ ਭਾਬੀ ਇੰਨੀ ਗਰਮੀ ਵਿੱਚ ਮਾਂ ਬਾਹਰ ਲੇਟੀ ਹੈ, ਤੁਸੀਂ ਕੁਝ ਕਿਹਾ ਕਿਉਂ ਨਹੀਂ? ਸੁਮਨ ਨੇ ਕਿਹਾ, ਅਰੇ ਸੁਮਨ, ਤੂੰ ਜਾਣਦੀ ਨਹੀਂ ਕਿਆ ਆਪਣੀ ਮਾਂ ਨੂੰ ਕਿੰਨੀ ਜਿੱਦੀ ਹੈ, ਕਦੀ ਕਿਸੇ ਦਾ ਕਹਿਣਾ ਨਹੀਂ ਮੰਨਦੀ। ਇਹਨਾਂ ਨੂੰ ਤਾਂ ਮੈਂ ਆਪਣੇ ਤਰੀਕੇ ਨਾਲ ਸਮਝਾਉਂਦੀ ਹਾਂ, ਜਦ ਤੋਂ ਪਾਪਾ ਜੀ ਗਏ ਹਨ ਬਸ ਆਪਣੀ ਹੀ ਮਨਮਾਨੀ ਕਰਦੀ ਹਨ। ਸੁਨੀਤਾ ਨੇ ਬੜੀ ਲਾਚਾਰੀ ਵਾਲਾ ਮੂੰਹ ਬਣਾਉਂਦੇ ਹੋਏ ਕਿਹਾ, ਹਾਂ ਭਾਬੀ, ਮੈਨੂੰ ਪਤਾ ਹੈ ਤੁਸੀਂ ਕਿੰਨਾ ਖਿਆਲ ਰੱਖਦੀ ਹੋ ਮਾਂ ਦਾ। ਉਹ ਤਾਂ ਬਸ ਮਾਂ ਹੀ ਕਦੀ-ਕਦੀ ਜਿੱਦ ਪਰ ਅੜ ਜਾਂਦੀ ਹੈ। ਕਿਆ ਕਰੀਏ, ਹੁਣ ਉਮਰ ਵੀ ਤਾਂ ਕਾਫੀ ਹੋ ਗਈ ਹੈ ਨਾ। ਓਹੋ, ਮੈਂ ਗੱਲਾਂ-ਗੱਲਾਂ ਵਿੱਚ ਇੱਕ ਗੱਲ ਕਹਿਣਾ ਭੁੱਲ ਹੀ ਗਈ। ਭਾਬੀ, ਕੱਲ੍ਹ ਮੀਨਾ ਦੀਦੀ ਆ ਰਹੀ ਹੈ। ਉਹ ਕਿਆ ਹੈ ਨਾ, ਪਾਪਾ ਨੇ ਅਸੀਂ ਤਿੰਨਾਂ ਭੈਣ ਭਰਾਵਾਂ ਦੇ ਨਾਮ ਪਰ ਹੀ ਪ੍ਰਾਪਰਟੀ ਕਰ ਰੱਖੀ ਹੈ, ਤਾਂ ਹੁਣ ਅਸੀਂ ਚਾਹੁੰਦੇ ਹਾਂ ਸਾਰਾ ਕੁਝ ਭਰਾ ਦੇ ਨਾਮ ਕਰ ਦਈਏ। ਜਦ ਪਾਪਾ ਦੀ ਜ਼ਿੰਮੇਦਾਰੀ ਭਰਾ ਨੇ ਚੁੱਕੀ ਅਤੇ ਮਾਂ ਦੀ ਹੁਣੇ ਵੀ ਚੁੱਕ ਰਿਹਾ ਹੈ, ਤਾਂ ਫਿਰ ਉਹਨਾਂ ਦੀ ਜਾਇਦਾਦ ਵਿੱਚ ਵੀ ਭਰਾ ਦਾ ਸਾਰਾ ਹਿੱਸਾ ਹੋਣਾ ਚਾਹੀਦਾ ਨਾ। ਸੁਮਨ ਨੇ ਸੁਨੀਤਾ ਨੂੰ ਜਾਲ ਵਿੱਚ ਲਪੇਟਣੇ ਦੀ ਕੋਸ਼ਿਸ਼ ਕਰਦੇ ਹੋਏ ਕਿਹਾ। ਇਹ ਸੁਣ ਕੇ ਸੁਨੀਤਾ ਦੇ ਤਾਂ ਮਨ ਵਿੱਚ ਲੱਡੂ ਫੁੱਟਣ ਲੱਗੇ। ਚਲੋ, ਇਸ ਬੁੱਢੀ ਨੂੰ ਇੰਨੇ ਦਿਨਾਂ ਤੱਕ ਪਾਲਣੇ ਦਾ ਕੁਝ ਤਾਂ ਫਲ ਮਿਲਿਆ, ਸੁਨੀਤਾ ਨੇ ਮਨ ਵਿੱਚ ਸੋਚਿਆ। ਇੱਧਰ ਸਿਮਰਨ ਜੀ ਸੁਮਨ ਦੀ ਗੱਲ ਤੋਂ ਦੁਖੀ ਹੋ ਜਾਂਦੀ ਹਨ ਅਤੇ ਸੋਚਦੀ ਹਨ, ਮੇਰੀ ਭੋਲੀ ਧੀਆਂ ਕਿੰਨੀ ਭੋਲੀ ਹਨ। ਆਪਣੀ ਮਾਂ ਦੀ ਅੱਖਾਂ ਨੂੰ ਕਾਸ਼ ਉਹ ਪੜ੍ਹ ਪਾਉਂਦੀ, ਉਸਦਾ ਦਰਦ ਉਹ ਦੇਖ ਪਾਉਂਦੀ ਅਤੇ ਆਪਣੇ ਭਰਾ ਭਾਬੀ ਦਾ ਅਸਲੀ ਚਿਹਰਾ ਉਹ ਦੇਖ ਪਾਉਂਦੀ। ਮੈਂ ਤਾਂ ਕੁਝ ਕਹਿ ਨਹੀਂ ਸਕਦੀ। ਜੇਕਰ ਇਸ ਵਾਰ ਵੀ ਚੁੱਪ ਰਹਿ ਗਈ ਤਾਂ ਬਹੁਤ ਗਲਤ ਹੋ ਜਾਵੇਗਾ। ਨਹੀਂ, ਮੈਨੂੰ ਹੁਣ ਚੁੱਪ ਨਹੀਂ ਰਹਿਣਾ ਚਾਹੀਦਾ। ਥੋੜ੍ਹੀ ਦੇਰ ਬਾਅਦ ਸਾਰੇ ਆਪਣੇ ਕਮਰੇ ਵਿੱਚ ਚਲੇ ਗਏ ਤਾਂ ਸਿਮਰਨ ਜੀ ਆਪਣੀ ਬੇਟੀ ਦੇ ਕੋਲ ਗਈ। ਆਓ ਮਾਂ, ਅੱਜ ਮੇਰੇ ਕੋਲ ਹੀ ਸੋ ਜਾਓ, ਇੱਥੇ ਲੇਟੋ, ਮੈਂ ਤੁਹਾਡੇ ਪੈਰਾਂ ਵਿੱਚ ਤੇਲ ਲਗਾ ਦਿੰਦੀ ਹਾਂ, ਸੁਮਨ ਨੇ ਕਿਹਾ। ਸੁਮਨ ਨੇ ਜਿਵੇਂ ਹੀ ਆਪਣੀ ਮਾਂ ਦੇ ਪੈਰਾਂ ਨੂੰ ਆਪਣੀ ਗੋਦ ਵਿੱਚ ਲਿਆ, ਉਸ ਵਿੱਚ ਅਣਗਿਣਤ ਦਾਗ ਦੇਖ ਕੇ ਉਹ ਚੌਂਕ ਹੀ ਗਈ। ਪਤਾ ਤਾਂ ਉਸ ਨੂੰ ਸਭ ਪਹਿਲਾਂ ਤੋਂ ਹੀ ਸੀ। ਉਹ ਆਪਣੀ ਮਾਂ ਦੇ ਮੂੰਹ ਤੋਂ ਸਾਰੀ ਸੱਚਾਈ ਜਾਣਨਾ ਚਾਹੁੰਦੀ ਸੀ ਅਤੇ ਉਸਨੇ ਪੁੱਛਿਆ, ਮਾਂ, ਇਹ ਸਭ ਕਿਆ ਹੈ? ਇਹ ਦਾਗ ਕੈਸੇ? ਸਿਮਰਨ ਜੀ ਤਾਂ ਸਭ ਕੁਝ ਸੁਮਨ ਨੂੰ ਦੱਸਣ ਹੀ ਗਈ ਸੀ, ਪਰ ਜਦ ਸੁਮਨ ਨੇ ਦਾਗ ਦੇ ਬਾਰੇ ਵਿੱਚ ਪੁੱਛਿਆ ਤਾਂ ਉਹ ਘਬਰਾ ਗਈ ਅਤੇ ਗੱਲ ਨੂੰ ਘੁਮਾ ਦਿੱਤਾ
ਅਤੇ ਕਿਹਾ, ਉਹ ਪਤਾ ਨਹੀਂ ਬੇਟਾ, ਇਸ ਉਮਰ ਵਿੱਚ ਤਾਂ ਇਹ ਸਭ ਹੁੰਦਾ ਹੀ ਰਹਿੰਦਾ ਹੈ। ਤੂੰ ਚਿੰਤਾ ਨਾ ਕਰ, ਕੁਝ ਖਾਣੇ ਪੀਣੇ ਦੀ ਲਾਪਰਵਾਹੀ ਨਾਲ ਹੋਇਆ ਹੋਵੇਗਾ। ਤੂੰ ਇਹ ਸਭ ਛੱਡ ਅਤੇ ਮਾਲਿਸ਼ ਪਰ ਧਿਆਨ ਦੇ। ਉਹ ਨਹੀਂ ਚਾਹੁੰਦੀ ਸੀ ਕਿ ਉਹਨਾਂ ਦੀ ਵਜ੍ਹਾ ਨਾਲ ਉਹਨਾਂ ਦੀ ਧੀਆਂ ਦੇ ਜੀਵਨ ਵਿੱਚ ਕੋਈ ਮੁਸੀਬਤ ਆਏ। ਇਸ ਲਈ ਸੁਮਨ ਨੂੰ ਕੁਝ ਨਹੀਂ ਕਿਹਾ। ਉਸ ਦੇ ਬਾਅਦ ਰਾਤ ਨੂੰ ਸਾਰੇ ਸੋ ਜਾਂਦੇ ਹਨ। ਸਿਮਰਨ ਜੀ ਸੁਮਨ ਦੇ ਕੋਲ ਹੀ ਗਹਿਰੀ ਨੀਂਦ ਵਿੱਚ ਸੋਈ ਸੀ ਕਿ ਜਦੀ ਸੁਨੀਤਾ ਆ ਕੇ ਉਹਨਾਂ ਨੂੰ ਹੌਲੀ ਨਾਲ ਜਗਾ ਕੇ ਬਾਹਰ ਆਉਣੇ ਨੂੰ ਕਹਿੰਦੀ ਹੈ। ਸਿਮਰਨ ਜੀ ਵੀ ਦੱਬੇ ਪੈਰ ਸੁਨੀਤਾ ਦੇ ਪਿੱਛੇ ਕਮਰੇ ਤੋਂ ਬਾਹਰ ਚਲੀ ਜਾਂਦੀ ਹਨ। ਸੁਨੀਤਾ ਸਿਮਰਨ ਜੀ ਨੂੰ ਰਸੋਈ ਵਿੱਚ ਲੈ ਜਾ ਕੇ ਇੱਕ ਜ਼ੋਰ ਦਾ ਬੇਲਣ ਉਹਨਾਂ ਦੀ ਕਮਰ ਵਿੱਚ ਜੜਦੇ ਹੋਏ ਬੋਲੀ, ਬੜਾ ਆਰਾਮ ਫਰਮਾ ਰਹੀ ਹੈ, ਅਤੇ ਜੇਕਰ ਤੂੰ ਆਪਣੀ ਜ਼ੁਬਾਨ ਖੋਲ੍ਹੀ ਤਾਂ ਬੁੱਢੀ, ਪਤਾ ਹੈ ਨਾ ਤੇਰੇ ਨਾਲ ਫਿਰ ਮੈਂ ਕਿਆ ਕਰੂੰਗੀ। ਇੱਕ ਵਾਰ ਹੀ ਤੇਰੀ ਧੀਆਂ ਆਪਣਾ ਹਿੱਸਾ ਛੱਡ ਦੇਣ, ਉਸ ਦੇ ਬਾਅਦ ਤਾਂ ਉਹਨਾਂ ਦੇ ਸਾਹਮਣੇ ਹੀ ਸਾਰੇ ਢੋਂਗ ਕਰਨੇ ਦੀ ਜ਼ਰੂਰਤ ਨਹੀਂ ਪਵੇਗੀ। ਫਿਰ ਤਾਂ ਇਹਨਾਂ ਦਾ ਇੱਥੇ ਆਉਣਾ ਵੀ ਬੰਦ ਕਰ ਦੂੰਗੀ। ਹਾਂ, ਪਰ ਸੁਣ ਬੁੱਢੀ, ਜੇਕਰ ਇਹਨਾਂ ਨੂੰ ਉਸ ਤੋਂ ਪਹਿਲਾਂ ਜਰਾ ਵੀ ਕੋਈ ਵੀ ਗੱਲ ਦੀ ਭਨਕ ਲੱਗੀ ਤਾਂ ਤੇਰੀ ਖੈਰ ਨਹੀਂ। ਯਾਦ ਹੈ ਨਾ ਪਿਛਲੀ ਵਾਰ ਦੀ ਮਾਰ, ਉਸ ਤੋਂ ਕਈ ਜ਼ਿਆਦਾ ਦਾਗ ਹੋਣਗੇ ਤੇਰੇ ਬਦਨ ਪਰ। ਸਿਮਰਨ ਜੀ ਹੱਥ ਜੋੜ ਕੇ ਬੋਲੀ, ਕੁਝ ਨਹੀਂ ਕਹੂੰਗੀ ਨੂੰ, ਬਸ ਤੂੰ ਮੈਨੂੰ ਮਾਰਨਾ ਨਾ। ਸਿਮਰਨ ਜੀ ਨੇ ਆਪਣੇ ਦਰਦ ਨੂੰ ਆਪਣੇ ਸੀਨੇ ਵਿੱਚ ਹੀ ਦਫਨ ਕਰ ਦਿੱਤਾ। ਅਕਸਰ ਜਦ ਧੀਆਂ ਮਾਇਕੇ ਆਉਂਦੀ ਹਨ ਤਾਂ ਮਾਂ ਅਤੇ ਧੀ ਇੱਕ ਦੂਸਰੇ ਨਾਲ ਗੱਲਾਂ ਕਰਕੇ ਆਪਣਾ ਦਰਦ ਹਲਕਾ ਕਰ ਲੈਂਦੀ ਹਨ, ਪਰ ਇੱਥੇ ਤਾਂ ਸਿਮਰਨ ਜੀ ਦੀ ਹਾਲਤ ਐਸੀ ਸੀ ਕਿ ਉਹ ਆਪਣਾ ਕੋਈ ਵੀ ਦੁੱਖ ਦਰਦ ਆਪਣੀ ਧੀ ਦੇ ਨਾਲ ਵੰਡ ਹੀ ਨਹੀਂ ਪਾ ਰਹੀ ਸੀ ਅਤੇ ਅੰਦਰ ਹੀ ਅੰਦਰ ਘੁੱਟ ਰਹੀ ਸੀ। ਅਗਲੇ ਦਿਨ ਮੀਨਾ ਵੀ ਆ ਜਾਂਦੀ ਹੈ ਤਾਂ ਉਸ ਨੂੰ ਦੇਖਦੇ ਹੀ ਸੁਨੀਤਾ ਹੋਰ ਵੀ ਜ਼ਿਆਦਾ ਖੁਸ਼ ਹੋ ਜਾਂਦੀ ਹੈ। ਸ਼ਾਇਦ ਹੀ ਅੱਜ ਪਹਿਲੀ ਵਾਰ ਹੋ ਰਿਹਾ ਸੀ। ਨਣਦਾਂ ਦੇ ਆਉਣੇ ਨਾਲ ਸੁਨੀਤਾ ਇੰਨੀ ਖੁਸ਼ ਸੀ। ਮੀਨਾ ਨੂੰ ਦੇਖ ਕੇ ਪਤਾ ਨਹੀਂ ਸਿਮਰਨ ਜੀ ਨੂੰ ਕਿਆ ਹੋ ਗਿਆ, ਉਹ ਮੀਨਾ ਨਾਲ ਲਿਪਟ ਕੇ ਫੁੱਟ ਕੇ ਰੋਣ ਲੱਗੀ। ਉਹਨਾਂ ਦਾ ਇਹ ਰੋਣਾ ਦੇਖ ਕੇ ਦੋਵੇਂ ਧੀਆਂ ਇੰਨੇ ਦਿਨਾਂ ਬਾਅਦ ਮਿਲਣੇ ਦੀ ਖੁਸ਼ੀ ਦੇ ਹੰਝੂ ਸਮਝ ਬੈਠੀ। ਪਰ ਸਿਮਰਨ ਜੀ ਕਿਉਂ ਰੋ ਰਹੀ ਸੀ, ਇਹ ਸਿਮਰਨ ਜੀ ਅਤੇ ਸੁਨੀਤਾ ਜਾਣਦੇ ਸੀ। ਸਿਮਰਨ ਜੀ ਜਾਣਦੀ ਸੀ ਕਿ ਇਨ ਸਭ ਦੇ ਬਾਅਦ ਸੁਨੀਤਾ ਉਹਨਾਂ ਨਾਲ ਹੋਰ ਵੀ ਬੁਰੇ ਤਰੀਕੇ ਨਾਲ ਪੇਸ਼ ਆਏਗੀ, ਪਰ ਉਹ ਚਾਹ ਕੇ ਵੀ ਆਪਣੀ ਜ਼ੁਬਾਨ ਖੋਲ੍ਹਣੇ ਦੀ ਹਿੰਮਤ ਨਹੀਂ ਜੁਟਾ ਪਾ ਰਹੀ ਸੀ। ਖਾਣਾ ਖਾਣੇ ਦੇ ਬਾਅਦ ਸ਼ਾਮ ਨੂੰ ਮੀਨਾ ਬੋਲੀ, ਭਰਾ ਕਾਗਜ਼ਾਤ ਤਾਂ ਅਸੀਂ ਸਾਡੇ ਪਾਪਾ ਦੇ ਵਕੀਲ ਤੋਂ ਬਣਵਾ ਲਏ ਹਨ। ਉਹਨਾਂ ਨੇ ਬੋਲਿਆ ਹੈ ਕਿ ਉਹ ਕਾਗਜ਼ਾਤ ਲੈ ਕੇ ਕੱਲ੍ਹ ਆਉਣਗੇ। ਸਿਮਰਨ ਜੀ ਤੋਂ ਹੁਣ ਹੋਰ ਬਰਦਾਸ਼ਤ ਨਹੀਂ ਹੋਇਆ ਅਤੇ ਉਹ ਬੋਲ ਉੱਠੀ, ਅਰੇ ਇਹ ਸਭ ਕਰਨੇ ਦੀ ਕਿਆ ਜ਼ਰੂਰਤ ਸੀ ਤੁਸੀਂ ਦੋਨਾਂ ਨੂੰ? ਪਾਪਾ ਨੇ ਕੁਝ ਸੋਚ ਸਮਝ ਕੇ ਹੀ ਇਹ ਸਭ ਕੀਤਾ ਹੋਵੇਗਾ। ਸਿਮਰਨ ਜੀ ਨੇ ਡਰਦੇ ਹਕਲਾਉਂਦੇ ਹੋਏ ਕਿਹਾ। ਉਹਨਾਂ ਦੇ ਇੰਨਾ ਕਹਿੰਦੇ ਹੀ ਸੁਨੀਤਾ ਅਤੇ ਸੁਰੇਸ਼ ਬੜੀ ਅੱਖਾਂ ਕਰ ਸਿਮਰਨ ਜੀ ਨੂੰ ਘੂਰਨ ਲੱਗਦੇ ਹਨ ਕਿ ਜਦੀ ਸੁਮਨ ਕਹਿੰਦੀ ਹੈ, ਮਾਂ ਪਾਪਾ ਨੇ ਅਸੀਂ ਤਿੰਨਾਂ ਨੂੰ ਹਮੇਸ਼ਾ ਇੱਕ ਜੈਸਾ ਚਾਹਿਆ, ਇਸ ਲਈ ਉਹਨਾਂ ਨੇ ਐਸਾ ਕੀਤਾ। ਪਰ ਹੁਣ ਜਦ ਅਸੀਂ ਆਪਣੇ ਘਰ ਵਿੱਚ ਰਚ ਬਸ ਗਏ ਹਾਂ, ਫਿਰ ਇਹਨਾਂ ਸਭ ਦੀ ਸਾਨੂੰ ਕਿਆ ਜ਼ਰੂਰਤ ਹੈ? ਸਾਡੀ ਨਣਦਾਂ ਨੇ ਵੀ ਤਾਂ ਇਹੀ ਕੀਤਾ। ਮਾਤਾ ਪਿਤਾ ਆਪਣੇ ਬੱਚਿਆਂ ਵਿੱਚ ਕਦੀ ਭੇਦਭਾਵ ਨਹੀਂ ਕਰਦੇ, ਪਰ ਪਤਾ ਨਹੀਂ ਉਹਨਾਂ ਨੂੰ ਬੁਢਾਪੇ ਵਿੱਚ ਕਿਆ ਹੋ ਜਾਂਦਾ ਹੈ ਜੋ ਉਹਨਾਂ ਨੂੰ ਸਿਰਫ ਆਪਣੇ ਪੁੱਤਾਂ ਦਾ ਮੋਢਾ ਹੀ ਇੱਜ਼ਤ ਵਾਲਾ ਲੱਗਦਾ ਹੈ। ਧੀਆਂ ਦੇ ਮੋਢੇ ਜਾਂ ਉਹਨਾਂ ਦਾ ਘਰ ਸਭ ਤਾਂ ਪਰਾਇਆ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਸੁਮਨ ਅੱਗੇ ਕੁਝ ਹੋਰ ਕਹਿ ਪਾਉਂਦੀ, ਮੀਨਾ ਨੇ ਉਸਦੇ ਹੱਥ ਨੂੰ ਦਬਾ ਕੇ ਚੁੱਪ ਰਹਿਣੇ ਦਾ ਇਸ਼ਾਰਾ ਕਰ ਦਿੱਤਾ ਅਤੇ ਇੱਧਰ ਸੁਮਨ ਦੀ ਅਤਰੰਗੀ ਗੱਲ ਨਾਲ ਸਾਰੇ ਹੈਰਾਨ ਹੋ ਗਏ। ਇੱਕ ਤਰਫ ਤਾਂ ਇਹ ਹੁਣੇ ਕਹਿ ਰਹੀ ਸੀ ਕਿ ਪਾਪਾ ਨੇ ਕੋਈ ਭੇਦਭਾਵ ਨਹੀਂ ਕੀਤਾ
ਅਤੇ ਫਿਰ ਹੁਣੇ ਕਹਿ ਰਹੀ ਕਿ ਬੁਢਾਪੇ ਵਿੱਚ ਮਾਤਾ ਪਿਤਾ ਸਿਰਫ ਪੁੱਤਾਂ ਦਾ ਮੋਢਾ ਹੀ ਤਲਾਸ਼ਦੇ ਹਨ। ਸੁਨੀਤਾ ਸਕਪਕਾਉਂਦੇ ਹੋਏ ਬੋਲੀ, ਕਿਆ ਮਤਲਬ ਦੀਦੀ ਤੁਹਾਡੇ ਕਹਿਣੇ ਦਾ? ਸੁਮਨ ਗੱਲ ਨੂੰ ਪਲਟਦੇ ਹੋਏ ਬੋਲੀ, ਭਾਬੀ ਪਕੌੜੇ ਬਣਾਓ ਨਾ, ਪਨੀਰ ਦੇ, ਮਾਂ ਨੂੰ ਵੀ ਬਹੁਤ ਪਸੰਦ ਹਨ। ਅਰੇ ਨਹੀਂ ਸੁਮਨ, ਮਾਂ ਜੀ ਨੂੰ ਪਨੀਰ ਨਹੀਂ ਪਚਦਾ, ਤੁਸੀਂ ਲੋਕਾਂ ਦੇ ਲਈ ਬਣਾ ਦਿੰਦੀ ਹਾਂ, ਸੁਨੀਤਾ ਨੇ ਕਿਹਾ। ਨਹੀਂ ਭਾਬੀ, ਕੁਝ ਨਹੀਂ ਹੋਗਾ ਮਾਂ ਨੂੰ, ਮਾਂ ਵੀ ਖਾਏਗੀ, ਅਤੇ ਜੇਕਰ ਕੁਝ ਹੋਇਆ ਵੀ ਤਾਂ ਡਾਕਟਰ ਅਤੇ ਦਵਾਈ ਕਿਸ ਲਈ ਹੈ? ਕਿਉਂ ਮਾਂ, ਕਿਆ ਕਹਿੰਦੀ ਹੋ? ਮੀਨਾ ਨੇ ਕਿਹਾ। ਸਿਮਰਨ ਜੀ ਤਾਂ ਕੁਝ ਨਹੀਂ ਕਹਿੰਦੀ, ਪਰ ਉਹਨਾਂ ਨੂੰ ਪਤਾ ਸੀ ਕਿ ਇਸ ਗੱਲ ਪਰ ਸੁਨੀਤਾ ਕਿੰਨੇ ਗੁੱਸੇ ਵਿੱਚ ਹੋਵੇਗੀ। ਅਗਲੀ ਸਵੇਰ ਦੋਵੇਂ ਭੈਣਾਂ ਨੇ ਸੁਨੀਤਾ ਨੂੰ ਕਿਹਾ, ਭਾਬੀ ਅਸੀਂ ਮਾਂ ਦੇ ਲਈ ਕੁਝ ਲੈਣ ਬਾਜ਼ਾਰ ਜਾ ਰਹੇ ਹਾਂ, ਫਿਰ ਪਤਾ ਨਹੀਂ ਕਦ ਆਉਣਾ ਹੋਵੇਗਾ, ਇਸ ਲਈ ਇਸ ਵਾਰ ਤਾਂ ਅਸੀਂ ਮਾਂ ਦਾ ਪੂਰਾ ਬੰਦੋਬਸਤ ਕਰਕੇ ਜਾਵਾਂਗੇ ਅਤੇ 1 ਘੰਟੇ ਵਿੱਚ ਵਕੀਲ ਨੂੰ ਨਾਲ ਲੈ ਕੇ ਹੀ ਵਾਪਿਸ ਆਵਾਂਗੇ। ਸੁਨੀਤਾ ਨੂੰ ਸੁਮਨ ਅਤੇ ਮੀਨਾ ਦੀ ਗੱਲਾਂ ਦਾ ਕੋਈ ਮਤਲਬ ਸਮਝ ਨਹੀਂ ਆਇਆ। ਉਹਨਾਂ ਦੇ ਬਾਜ਼ਾਰ ਜਾਂਦੇ ਹੀ ਸੁਨੀਤਾ ਨੂੰ ਪੂਰਾ ਮੌਕਾ ਮਿਲ ਜਾਂਦਾ ਹੈ ਸਿਮਰਨ ਜੀ ਪਰ ਆਪਣੀ ਭੜਾਸ ਕੱਢਣੇ ਦਾ। ਉਹ ਸਿਮਰਨ ਜੀ ਦੇ ਕੋਲ ਪਨੀਰ ਦਾ ਇੱਕ ਬੜਾ ਟੁਕੜਾ ਲੈ ਕੇ ਗਈ ਅਤੇ ਕਿਹਾ, ਇਹ ਲੈ ਬੁੱਢੀ, ਪਨੀਰ ਦੇ ਪਕੌੜੇ ਖਾਣੇ ਸੀ ਨਾ ਤੈਨੂੰ, ਦੇਖ ਕਿੰਨਾ ਬੜਾ ਪਨੀਰ ਲਿਆਈ ਹਾਂ ਤੇਰੇ ਲਈ, ਹੋਰ ਵੀ ਕੁਝ ਹੈ ਇਸ ਦੇ ਬਾਅਦ। ਇਹ ਕਹਿ ਕੇ ਉਹ ਲਾਲ ਮਿਰਚ ਪਾਊਡਰ ਉਸ ਪਨੀਰ ਦੇ ਟੁਕੜੇ ਵਿੱਚ ਲਗਾ ਦਿੰਦੀ ਹੈ ਅਤੇ ਕਹਿੰਦੀ ਹੈ, ਹੁਣ ਖਾ ਇਸ ਨੂੰ, ਨਹੀਂ ਨੂੰ ਇੰਨੀ ਮਿਰਚ ਮੈਂ ਨਹੀਂ ਖਾ ਸਕਦੀ, ਮੈਂ ਨਹੀਂ ਕਿਹਾ ਸੀ ਪਕੌੜੇ ਦੇ ਲਈ, ਉਹ ਤਾਂ ਸੁਮਨ ਅਤੇ ਮੀਨਾ ਨੇ ਕਿਹਾ। ਸਿਮਰਨ ਜੀ ਬਿਲਕਦੇ ਹੋਏ ਬੋਲੀ, ਤਾਂ ਬੁੱਢੀ ਤੂੰ ਮਨਾ ਵੀ ਤਾਂ ਨਹੀਂ ਕੀਤਾ ਨਾ, ਸੋਚਿਆ ਹੋਵੇਗਾ ਇਸੀ ਬਹਾਨੇ ਥੋੜਾ ਜੀਭ ਨੂੰ ਵੀ ਸਵਾਦ ਦੇ ਦੂੰਗੀ, ਹੁਣ ਉसी ਜੀਭ ਪਰ ਐਸਾ ਸਵਾਦ ਲਗਾਉਂਗੀ ਕਿ ਅੱਗੇ ਤੋਂ ਜਦ ਵੀ ਕੁਝ ਖਾਣੇ ਦਾ ਸੋਚਿਆ ਇਹ ਸਵਾਦ ਸਭ ਤੋਂ ਪਹਿਲਾਂ ਯਾਦ ਆਏਗਾ। ਅਤੇ ਹੁਣ ਤਾਂ ਤੇਰੀ ਧੀਆਂ ਵੀ ਇੱਥੇ ਨਹੀਂ ਹਨ ਜੋ ਤੈਨੂੰ ਬਚਾਉਣਗੀ, ਸੁਨੀਤਾ ਨੇ ਕਿਹਾ। ਨੂੰ ਇੱਕ ਵਾਰ ਤੂੰ ਮੈਨੂੰ ਜ਼ਬਰਦਸਤੀ ਖਰਾਬ ਖਾਣਾ ਖਿਲਾਇਆ ਸੀ, ਜਿਸ ਦੀ ਵਜ੍ਹਾ ਨਾਲ ਮੈਂ 15 ਦਿਨ ਤੱਕ ਬਿਮਾਰ ਰਹੀ, ਅਤੇ ਹੁਣ ਇੰਨੀ ਮਿਰਚ ਨਾਲ ਕਿਤੇ ਮੈਂ ਮਰ ਹੀ ਨਾ ਜਾਵਾਂ, ਮਰ ਜਾਵਾਂ ਤਾਂ ਫਿਰ ਵੀ ਚੱਲੇਗਾ, ਪਰ ਜੇਕਰ ਬਚ ਗਈ ਤਾਂ ਬਹੁਤ ਤੜਫੂੰਗੀ। ਨੂੰ ਐਸਾ ਜ਼ੁਲਮ ਨਾ ਕਰੋ, ਤੂੰ ਮੈਨੂੰ ਜ਼ਹਿਰ ਲਿਆ ਕੇ ਦੇ ਦੇ, ਮੈਂ ਉਹ ਖਾ ਕੇ ਹਮੇਸ਼ਾ ਦੇ ਲਈ ਇੱਥੇ ਤੋਂ ਤੁਸੀਂ ਲੋਕਾਂ ਦੀ ਜ਼ਿੰਦਗੀ ਤੋਂ ਚਲੀ ਜਾਊਂਗੀ, ਪਰ ਇਵੇਂ ਹਰ ਰੋਜ਼ ਮੇਰੇ ਪਰ ਇਹ ਅਤਿਆਚਾਰ ਨਾ ਕਰ, ਆਖਿਰ ਮੈਂ ਤੇਰਾ ਕਿਆ ਵਿਗਾੜਿਆ ਹੈ? ਸਿਮਰਨ ਜੀ ਨੇ ਕਿਹਾ। ਜ਼ਹਿਰ ਦੇ ਪਾਉਂਦੀ ਤਾਂ ਕਦ ਦਾ ਦੇ ਦਿੱਤਾ ਹੁੰਦਾ, ਪਰ ਇਹ ਸਭ ਕਰਕੇ ਮੈਨੂੰ ਜੇਲ੍ਹ ਨਹੀਂ ਜਾਣਾ, ਅਤੇ ਵੈਸੇ ਵੀ ਬੁੱਢੀ ਤੂੰ ਹੋਰ ਕਿੰਨੇ ਦਿਨ ਜੀਊਂਗੀ, ਪਰ ਜਿੰਨੇ ਦਿਨ ਵੀ ਜੀਊਂਗੀ ਮੈਂ ਤੇਰਾ ਉਹ ਹਾਲ ਕਰੂੰਗੀ ਕਿ ਤੂੰ ਖੁਦ ਹੀ ਮਰ ਜਾਵੇਂਗੀ, ਸੁਨੀਤਾ ਨੇ ਅੱਖਾਂ ਦਿਖਾ ਕੇ ਕਿਹਾ, ਅਤੇ ਉਹ ਪਨੀਰ ਦਾ ਟੁਕੜਾ ਜ਼ਬਰਦਸਤੀ ਸਿਮਰਨ ਜੀ ਦੇ ਮੂੰਹ ਵਿੱਚ ਪਾਉਣ ਹੀ ਜਾ ਰਹੀ ਸੀ ਕਿ ਜਦੀ ਪਿੱਛੇ ਤੋਂ ਸੁਮਨ ਅਤੇ ਮੀਨਾ ਆ ਕੇ ਸੁਨੀਤਾ ਨੂੰ ਧੱਕਾ ਦੇ ਕੇ ਇੱਕ ਜ਼ੋਰ ਦਾ ਥੱਪੜ ਲਗਾ ਕੇ ਸਿਮਰਨ ਜੀ ਤੋਂ ਦੂਰ ਕਰ ਦਿੰਦੀ ਹਨ, ਅਤੇ ਮੀਨਾ ਲਗਾਤਾਰ ਕਈ ਥੱਪੜ ਸੁਨੀਤਾ ਨੂੰ ਮਾਰਦੀ ਚਲੀ ਜਾਂਦੀ ਹੈ। ਇਹ ਕਿਆ ਕਰ ਰਹੀ ਹੈ ਤੂੰ ਮੀਨਾ? ਸੁਨੀਤਾ ਨੇ ਗੁੱਸੇ ਵਿੱਚ ਕਿਹਾ। ਕਿਉਂ ਭਾਬੀ, ਜੋ ਤੁਸੀਂ ਮਾਂ ਦੇ ਨਾਲ ਕਰਦੀ ਹੋ ਉਸਦੇ ਅੱਗੇ ਤਾਂ ਹੀ ਕੁਝ ਵੀ ਨਹੀਂ, ਉਸਦੇ ਲਈ ਤਾਂ ਤੁਹਾਨੂੰ ਜੋ ਸਜ਼ਾ ਦਿੱਤੀ ਜਾਵੇ ਉਹ ਘੱਟ ਹੈ, ਮੀਨਾ ਨੇ ਕਿਹਾ। ਉਦੋਂ ਤੱਕ ਪਿੱਛੇ ਤੋਂ ਸੁਰੇਸ਼ ਵੀ ਆ ਜਾਂਦਾ ਹੈ। ਉੱਥੇ ਦਾ ਸ਼ੋਰ ਸ਼ਰਾਬਾ ਸੁਣ ਕੇ ਉਸਦਾ ਕਾਰਨ ਪੁੱਛਦਾ ਹੈ। ਸੁਨੀਤਾ ਤੁਰੰਤ ਕਹਿੰਦੀ ਹੈ, ਦੇਖੋ ਨਾ ਜੀ, ਅੱਜ ਇਹ ਛੋਟੀ ਹੋ ਕੇ ਆਪਣੀ ਮਾਂ ਜੈਸੀ ਭਾਬੀ ਪਰ ਹੱਥ ਚੁੱਕ ਰਹੀ ਹੈ, ਕਿਆ ਨਹੀਂ ਕੀਤਾ ਮੈਂ ਇਸ ਦੇ ਲਈ? ਇਸ ਘਰ ਵਿੱਚ ਜਦ ਤੋਂ ਆਈ ਸੀ ਇਹ ਕਿੰਨੀ ਛੋਟੀ ਸੀ, ਮਾਂ ਬਣ ਕੇ ਇਸ ਦਾ ਖਿਆਲ ਰੱਖਿਆ, ਅਤੇ ਅੱਜ ਹੀ ਮੇਰੇ ਪਰ ਹੱਥ ਚੁੱਕ ਰਹੀ ਹੈ। ਇਹ ਕਿਆ ਹੈ ਮੀਨਾ, ਤੁਸੀਂ ਲੋਕ ਇਹ ਸਭ ਕਰਨ ਆਈ ਹੋ ਇੱਥੇ? ਹੁਣ ਤੋਂ ਇਹ ਘਰ ਮੇਰਾ ਹੈ, ਅਤੇ ਇੱਥੇ ਸਿਰਫ ਮੇਰਾ ਅਤੇ ਸੁਨੀਤਾ ਦਾ ਹੁਕਮ ਚੱਲੇਗਾ, ਅਤੇ ਅਸੀਂ ਚਾਹੁੰਦੇ ਹਾਂ
ਤੁਸੀਂ ਲੋਕ ਇੱਥੇ ਹੁਣ ਕਦੀ ਨਾ ਆਓ। ਸੁਰੇਸ਼ ਨੇ ਕਿਹਾ, ਇਹ ਕਿਆ ਕਹਿ ਰਹੇ ਹੋ ਜੀ ਤੁਸੀਂ, ਸਾਡਾ ਘਰ? ਸੁਨੀਤਾ ਨੇ ਹੈਰਾਨ ਹੋ ਕੇ ਪੁੱਛਿਆ। ਹਾਂ ਸੁਨੀਤਾ, ਇਹੀ ਲੋਕ ਹੁਣੇ-ਹੁਣੇ ਮੇਰੀ ਦੁਕਾਨ ਪਰ ਵਕੀਲ ਨੂੰ ਲੈ ਕੇ ਪਹੁੰਚੇ ਸੀ, ਮੇਰੇ ਤੋਂ ਦਸਤਖਤ ਕਰਵਾਉਣ। ਇਹਨਾਂ ਲੋਕਾਂ ਨੇ ਆਪਣਾ ਹਿੱਸਾ ਮੇਰੇ ਨਾਮ ਕਰ ਦਿੱਤਾ, ਇਸ ਲਈ ਹੁਣ ਤੈਨੂੰ ਚਿੰਤਾ ਕਰਨੇ ਦੀ ਕੋਈ ਜ਼ਰੂਰਤ ਨਹੀਂ। ਹੁਣ ਨਾ ਹੀ ਤੈਨੂੰ ਇਹਨਾਂ ਦੀ ਚਾਪਲੂਸੀ ਕਰਨੇ ਦੀ ਜ਼ਰੂਰਤ ਹੈ ਅਤੇ ਨਾ ਹੀ ਇਸ ਬੁੱਢੀ ਨੂੰ ਸਤਾਣੇ ਤੋਂ ਤੈਨੂੰ ਕੋਈ ਰੋਕ ਸਕਦਾ ਹੈ। ਜਿਸ ਨੂੰ ਦਿੱਕਤ ਹੈ ਉਹ ਇਸ ਨੂੰ ਆਪਣੇ ਨਾਲ ਲੈ ਜਾਏ। ਸੁਰੇਸ਼ ਨੇ ਕਿਹਾ, ਚਲੋ ਇਹ ਤਾਂ ਬਹੁਤ ਚੰਗੀ ਖਬਰ ਸੁਣਾਈ ਤੁਸੀਂ। ਹੁਣ ਤਾਂ ਮੈਂ ਇਸ ਤੋਂ ਆਪਣੀ ਸਾਰੀ ਮਿਹਨਤ ਦਾ ਗਿਣ-ਗਿਣ ਕੇ ਹਿਸਾਬ ਲੂੰਗੀ। ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ, ਇਹਨਾਂ ਲੋਕਾਂ ਨੇ ਤੁਹਾਡੀ ਦੁਕਾਨ ਪਰ ਜਾ ਕੇ ਦਸਤਖਤ ਕਿਉਂ ਕਰਵਾਏ ਅਤੇ ਮੈਨੂੰ ਬਾਜ਼ਾਰ ਦਾ ਕਹਿ ਕੇ ਗਈ? ਸੁਨੀਤਾ ਨੇ ਕਿਹਾ। ਸੁਨੀਤਾ ਦੀ ਇਸ ਗੱਲ ਪਰ ਸੁਮਨ ਅਤੇ ਮੀਨਾ ਜ਼ੋਰ ਨਾਲ ਹੱਸ ਪੈਂਦੀ ਹਨ ਅਤੇ ਫਿਰ ਸੁਮਨ ਬੋਲੀ, ਜੋ ਵੀ ਕਹੋ ਭਾਬੀ, ਤੁਹਾਡਾ ਦਿਮਾਗ ਸੱਚ ਵਿੱਚ ਭਰਾ ਤੋਂ ਤੇਜ਼ ਹੈ ਅਤੇ ਇਸ ਲਈ ਅਸੀਂ ਦੁਕਾਨ ਵਿੱਚ ਜਾ ਕੇ ਦਸਤਖਤ ਕਰਵਾਏ ਤਾਂ ਕਿ ਸਾਡਾ ਪਲਾਨ ਕਾਮਯਾਬ ਹੋ ਜਾਏ, ਕਿਉਂਕਿ ਇੱਥੇ ਘਰ ਪਰ ਤੁਹਾਡੇ ਤੋਂ ਚਲਾਕੀ ਕਰਨਾ ਮੁਸ਼ਕਿਲ ਹੁੰਦਾ। ਇਹ ਕਿਆ ਮਜ਼ਾਕ ਹੈ ਸੁਮਨ? ਸੁਰੇਸ਼ ਨੇ ਅੱਖਾਂ ਦਿਖਾ ਕੇ ਪੁੱਛਿਆ। ਤਾਂ ਮੀਨਾ ਆਪਣੇ ਭਰਾ ਨੂੰ ਅੱਜ ਇੱਕ ਜ਼ੋਰਦਾਰ ਥੱਪੜ ਲਗਾ ਕੇ ਬੋਲੀ, ਰੁਕੋ ਭਾਈ, ਸ਼ੁਰੂਆਤ ਤੋਂ ਦੱਸਦੀ ਹਾਂ। ਮੀਨਾ ਦੀਦੀ, ਸਾਨੂੰ ਤਾਂ ਕਲਾਕਾਰ ਹੋਣਾ ਚਾਹੀਦਾ ਸੀ, ਇੰਨੀ ਚੰਗੀ ਐਕਟਿੰਗ ਕਰਦੇ ਹਾਂ ਅਸੀਂ। ਕਿਉਂ, ਸਹੀ ਕਿਹਾ ਨਾ ਮੈਂ? ਸੁਮਨ ਨੇ ਕਿਹਾ। ਜਦ ਵਿਸ਼ਾਲ ਪਕੌੜੇ ਖਾਂਦਾ ਮਾਂ ਦੇ ਕੋਲ ਬੈਠਾ ਸੀ ਅਤੇ ਉਹਨਾਂ ਨੂੰ ਜ਼ਬਰਦਸਤੀ ਪਕੌੜੇ ਖਿਲਾਏ, ਉਸ ਤੋਂ ਪਹਿਲਾਂ ਹੀ ਭਾਬੀ ਦੀ ਮੇਰੀ ਫੋਨ ਪਰ ਗੱਲ ਹੋਈ ਸੀ। ਸ਼ਾਇਦ ਇਸ ਲਈ ਵਿਸ਼ਾਲ ਨੇ ਮੈਨੂੰ ਗਲਤੀ ਨਾਲ ਫੋਨ ਮਿਲਾ ਦਿੱਤਾ ਹੋਵੇਗਾ ਜਦ ਉਹ ਮੋਬਾਈਲ ਪਰ ਗੇਮ ਖੇਲ ਰਿਹਾ ਸੀ। ਇਹ ਵਿਸ਼ਾਲ ਦੀ ਗਲਤੀ ਸੀ ਜਾਂ ਭਗਵਾਨ ਦੀ ਕੋਈ ਲੀਲਾ, ਇਹ ਤਾਂ ਕੋਈ ਨਹੀਂ ਦੱਸ ਸਕਦਾ। ਪਰ ਉਸ ਦਿਨ ਜਦ ਮਾਂ ਨੂੰ ਭਾਬੀ ਸਿਰਫ ਇੱਕ ਪਕੌੜਾ ਖਾਣੇ ਦੇ ਲਈ ਕੁੱਟ ਰਹੀ ਸੀ, ਮੈਂ ਸਭ ਕੁਝ ਸੁਣ ਅਤੇ ਸਮਝ ਲਿਆ। ਮੈਨੂੰ ਉਸੀ ਦਿਨ ਇਹ ਵੀ ਪਤਾ ਚੱਲ ਗਿਆ ਸੀ ਕਿ ਮਾਂ ਦੇ ਨਾਲ ਤੁਸੀਂ ਕੈਸਾ ਵਰਤਾਵ ਕਰਦੇ ਹੋ। ਫਿਰ ਮੈਂ ਤੁਰੰਤ ਮੀਨਾ ਦੀਦੀ ਨਾਲ ਗੱਲ ਕੀਤੀ ਅਤੇ ਇਹ ਪਲਾਨ ਬਣਾਇਆ ਕਿ ਕਿਸ ਤਰ੍ਹਾਂ ਤੁਹਾਨੂੰ ਸਬਕ ਸਿਖਾਇਆ ਜਾਏ। ਸੁਮਨ ਨੇ ਕਿਹਾ, ਅਸੀਂ ਚਾਹੁੰਦੇ ਤਾਂ ਜਦੀ ਆ ਕੇ ਤੁਸੀਂ ਲੋਕਾਂ ਨੂੰ ਤੁਹਾਡੀ ਔਕਾਤ ਦਿਖਾ ਸਕਦੇ ਸੀ, ਪਰ ਉਸ ਵਿੱਚ ਉਹ ਮਜ਼ਾ ਨਹੀਂ ਆਉਂਦਾ ਜੋ ਅੱਜ ਆਇਆ। ਭਰਾ, ਤੈਨੂੰ ਕਿਆ ਲੱਗਿਆ ਅਚਾਨਕ ਤੋਂ ਆ ਕੇ ਅਸੀਂ ਇਵੇਂ ਹੀ ਪ੍ਰਾਪਰਟੀ ਦੀ ਗੱਲ ਛੇੜ ਦਿੱਤੀ? ਨਹੀਂ, ਅਸੀਂ ਚਾਹੁੰਦੇ ਸੀ ਕਿ ਪਹਿਲਾਂ ਤੁਹਾਡੇ ਤੋਂ ਸਭ ਕੁਝ ਖੋਹ ਕੇ ਮਾਂ ਦੇ ਨਾਮ ਕਰ ਦਈਏ, ਫਿਰ ਤੁਸੀਂ ਲੋਕਾਂ ਨੂੰ ਵੀ ਤੁਹਾਡੇ ਸਸੁਰਾਲ ਭੇਜ ਦੇਵਾਂਗੇ। ਮੀਨਾ ਬੋਲੀ। ਉਸ ਦਿਨ ਦੀ ਗੱਲ ਅਤੇ ਮਾਰਕੁੱਟ ਦੀ ਗੱਲ ਸੁਮਨ ਦੇ ਫੋਨ ਵਿੱਚ ਰਿਕਾਰਡ ਹੈ ਅਤੇ ਅੱਜ ਦੀ ਮਾਰਕੁੱਟ ਅਤੇ ਵੀਡੀਓ ਮੇਰੇ ਫੋਨ ਵਿੱਚ ਰਿਕਾਰਡ ਹੈ, ਜੋ ਤੁਸੀਂ ਦੋਨਾਂ ਨੂੰ ਜੇਲ੍ਹ ਭਿਜਵਾਉਣੇ ਦੇ ਲਈ ਕਾਫੀ ਹੈ, ਮੀਨਾ ਨੇ ਕਿਹਾ। ਮੀਨਾ ਅਤੇ ਸੁਮਨ ਜਦ ਬਾਜ਼ਾਰ ਗਏ ਸੀ ਤਾਂ ਜਦੀ ਇੱਕ ਕੈਮਰਾ ਉਹ ਘਰ ਦੇ ਇੱਕ ਕੋਨੇ ਵਿੱਚ ਲਗਾ ਕੇ ਗਏ ਸੀ। ਉਹਨਾਂ ਨੂੰ ਚੰਗੇ ਨਾਲ ਪਤਾ ਸੀ ਕਿ ਉਹਨਾਂ ਦੇ ਜਾਂਦੇ ਹੀ ਸੁਨੀਤਾ ਮਾਂ ਦੇ ਨਾਲ ਫਿਰ ਤੋਂ ਅਤਿਆਚਾਰ ਕਰੇਗੀ। ਕਿਆ ਸੱਚ ਵਿੱਚ ਇਹ ਲੋਕ ਹੁਣ ਮੇਰੇ ਪਰ ਹੱਥ ਨਹੀਂ ਚੁੱਕ ਪਾਣਗੇ? ਸਿਮਰਨ ਜੀ ਨੇ ਨਮ ਅੱਖਾਂ ਨਾਲ ਆਪਣੀ ਧੀ ਤੋਂ ਪੁੱਛਿਆ। ਹਾਂ ਮਾਂ, ਹੁਣ ਤੁਹਾਨੂੰ ਕੋਈ ਵੀ ਹੱਥ ਨਹੀਂ ਲਗਾ ਸਕਦਾ। ਜੇਕਰ ਕਿਸੇ ਨੇ ਵੀ ਤੁਹਾਨੂੰ ਗਲਤੀ ਨਾਲ ਛੂਹਿਆ ਵੀ ਤਾਂ ਉਸਦਾ ਹੱਥ ਤੋੜ ਕੇ ਉਸਦੇ ਹੱਥ ਵਿੱਚ ਦੇ ਦੇਵਾਂਗੇ ਅਸੀਂ। ਸਿਮਰਨ ਜੀ ਬੋਲੀ। ਜਾਣਦੀ ਹੈ ਧੀ, ਜਦ ਹੀ ਮਾਰਦੀ ਹੈ ਨਾ, 2 ਦਿਨ ਤੱਕ ਮੈਂ ਬਿਸਤਰ ਤੋਂ ਨਹੀਂ ਉੱਠ ਪਾਉਂਦੀ। ਕਦੀ ਕਦੀ ਤਾਂ ਦਰਦ ਨਾਲ ਉਲਟੀ ਵੀ ਹੋ ਜਾਂਦੀ ਸੀ। ਇਹ ਕਹਿ ਕੇ ਸਿਮਰਨ ਜੀ ਆਪਣੇ ਹੰਝੂਆਂ ਨੂੰ ਪੂੰਝਣ ਲੱਗਦੀ ਹਨ ਅਤੇ ਹਕਲਾਂਦੀ ਆਵਾਜ਼ ਵਿੱਚ ਕਹਿੰਦੀ ਹਨ, ਬਚਪਨ ਵਿੱਚ ਜਦ ਮੈਂ ਤੁਸੀਂ ਲੋਕਾਂ ਨੂੰ ਮਾਰਦੀ ਸੀ, ਜੇਕਰ ਉਸਦੇ ਨਿਸ਼ਾਨ ਸਰੀਰ ਪਰ ਪੈ ਜਾਂਦੇ ਸੀ ਤਾਂ ਮੇਰਾ ਦਿਲ ਰੋਂਦਾ ਸੀ
ਅਤੇ ਅੱਜ ਆਪਣੀ ਬੁੱਢੀ ਲਾਚਾਰ ਮਾਂ ਨੂੰ ਕੁੱਟ-ਕੁੱਟ ਕੇ ਇੰਨੇ ਨਿਸ਼ਾਨ ਦਿੱਤੇ ਕਿ ਦਰਦ ਨਾਲ ਪੂਰੀ ਰਾਤ ਤੜਫਦੀ ਹਾਂ। ਫਿਰ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਮਾਂ ਦੇ ਸਰੀਰ ਪਰ ਇੰਨੀ ਮਾਰ ਦੇ ਨਿਸ਼ਾਨ ਦੇਖ ਕੇ ਦੋਵੇਂ ਧੀਆਂ ਦੀ ਅੱਖਾਂ ਭਰ ਆਈ। ਮਾਂ, ਕਿਉਂ ਤੁਸੀਂ ਇੱਕ ਵਾਰ ਵੀ ਪਹਿਲਾਂ ਸਾਨੂੰ ਨਹੀਂ ਦੱਸਿਆ? ਕਿਉਂ ਇਹਨਾਂ ਦੇ ਅਤਿਆਚਾਰ ਸਹਿੰਦੀ ਰਹੀ? ਮੀਨਾ ਨੇ ਕਿਹਾ। ਡਰ ਲੱਗਦਾ ਸੀ ਬੇਟੀ, ਇਸ ਦੀ ਮਾਰ ਤੋਂ, ਅਤੇ ਇਸ ਨੂੰ ਤਾਂ ਫਿਰ ਵੀ ਸਹਿ ਲੈਂਦੀ, ਪਰ ਸੁਰੇਸ਼ ਜਦ ਮਾਰਦਾ ਸੀ ਨਾ ਤਾਂ ਮੈਨੂੰ ਆਪਣੀ ਹੱਡੀਆਂ ਚਟਕਣੇ ਦੀ ਆਵਾਜ਼ ਵੀ ਆਉਂਦੀ ਸੀ। ਪਰ ਹੁਣ ਸੋਚ ਇੰਨਾ ਸਹਿ ਕੇ ਵੀ ਅੱਜ ਜਿੰਦਾ ਹਾਂ। ਪਤਾ ਨਹੀਂ ਇਹ ਮੇਰੇ ਕਿਸ ਜਨਮ ਦੇ ਪਾਪ ਹਨ, ਉਸ ਨੂੰ ਮੈਂ ਹੁਣੇ ਭੋਗ ਰਹੀ ਹਾਂ। ਨਹੀਂ ਤਾਂ ਇੱਕ ਲੋਹੇ ਦੀ ਬਾਲਟੀ ਨਾਲ ਤੇਰੇ ਭਰਾ ਨੇ ਮੇਰੇ ਸਿਰ ਪਰ ਮਾਰਿਆ ਸੀ, ਉਦੋਂ ਵੀ ਮੈਂ ਨਹੀਂ ਮਰੀ। ਸਿਮਰਨ ਜੀ ਕਹਿੰਦੇ ਹੋਏ ਰੋਂਦੇ ਜਾ ਰਹੇ ਸੀ। ਮਾਂ, ਤੁਹਾਡੀ ਹਰ ਇੱਕ ਸੱਟ ਦਾ ਹਿਸਾਬ ਹੋਵੇਗਾ। ਇਹਨਾਂ ਨੂੰ ਤਾਂ ਸਜ਼ਾ ਅਸੀਂ ਦਿਲਾਵਾਂਗੇ। ਕੀ ਹਰ ਕੋਈ ਪੁੱਤ ਨੂੰ ਆਪਣੀ ਬੁੱਢੀ ਮਾਂ ਦੇ ਨਾਲ ਐਸਾ ਕਰਨੇ ਦੇ ਬਾਰੇ ਵਿੱਚ 100 ਵਾਰ ਸੋਚੇਗਾ? ਜਦੀ ਦਰਵਾਜ਼ੇ ਦੀ ਘੰਟੀ ਵੱਜੀ। ਸੁਨੀਤਾ ਨੇ ਸਕਪਕਾਉਂਦੇ ਹੋਏ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਪੁਲਿਸ ਨੂੰ ਦੇਖ ਕੇ ਉਹਨਾਂ ਦੋਨਾਂ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ। ਇਹ ਲੋ ਮਾਂ, ਪੁਲਿਸ ਵੀ ਆ ਗਈ। ਲੈ ਜਾਓ ਇੰਸਪੈਕਟਰ ਸਾਹਿਬ ਇਹਨਾਂ ਹੈਵਾਨਾਂ ਨੂੰ, ਅਤੇ ਅਸੀਂ ਇਹਨਾਂ ਦੇ ਖਿਲਾਫ ਸਬੂਤ ਪਿੱਛੇ ਤੋਂ ਲਿਆਂਦੇ ਹਾਂ, ਮੀਨਾ ਨੇ ਗੁੱਸੇ ਵਿੱਚ ਆ ਕੇ ਕਿਹਾ। ਮੀਨਾ ਅਤੇ ਸੁਮਨ ਨੇ ਆਪਣੇ ਭਰਾ ਭਾਬੀ ਨੂੰ 2-2 ਸਾਲ ਦੀ ਸਜ਼ਾ ਦਿਲਵਾਈ। ਸੁਮਨ ਬੋਲੀ, ਮਾਂ, ਹੁਣ ਤੁਸੀਂ ਆਰਾਮ ਨਾਲ ਇੱਥੇ ਰਹਿ ਸਕਦੀ ਹੋ, ਪਰ ਇਸ ਉਮਰ ਵਿੱਚ ਇਕੱਲੀ ਤੁਸੀਂ ਕਿਵੇਂ ਰਹੋਗੀ? ਤੁਸੀਂ ਮੇਰੇ ਨਾਲ ਚਲੋ, ਉੱਥੇ ਤੁਸੀਂ ਮੇਰੇ ਨਾਲ ਰਹਿਣਾ। ਸੁਮਨ ਨੇ ਬੜੇ ਪਿਆਰ ਨਾਲ ਕਿਹਾ। ਨਹੀਂ ਬੇਟਾ, ਜਦ ਹੀ ਬੁੱਢੀ ਹੱਡੀਆਂ ਇੰਨੀ ਮਾਰ ਸਹਿ ਸਕਦੀ ਹਨ ਤਾਂ ਇਕੱਲੇ ਵੀ ਰਹਿ ਸਕਦੀ ਹਨ। ਮੈਨੂੰ ਆਪਣੀ ਆਜ਼ਾਦੀ ਮਹਿਸੂਸ ਕਰਨ ਦਿਓ। ਹੁਣ ਤੋਂ ਮੈਂ ਆਪਣੇ ਕਮਰੇ ਵਿੱਚ ਸੋਵਾਂਗੀ। ਜੋ ਮਨ ਵਿੱਚ ਆਵੇਗਾ ਉਹ ਖਾਊਂਗੀ। ਸਿਮਰਨ ਜੀ ਇੱਕਦਮ ਬੱਚਿਆਂ ਵਰਗੀ ਹਰਕਤਾਂ ਕਰਨ ਲੱਗੀ, ਜਿਸ ਨੂੰ ਦੇਖ ਸੁਮਨ ਅਤੇ ਮੀਨਾ ਦੇ ਅੱਖਾਂ ਵਿੱਚ ਹੰਝੂ ਆ ਗਏ। ਸੁਮਨ ਅਤੇ ਮੀਨਾ ਨੇ ਆਪਣੀ ਮਾਂ ਦੇ ਲਈ ਇੱਕ ਸਹਾਇਕਾ ਰੱਖ ਦਿੱਤੀ ਤਾਂ ਕਿ ਉਹ 24 ਘੰਟੇ ਮਾਂ ਦੇ ਨਾਲ ਰਹੇ ਅਤੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਅਸੁਵਿਧਾ ਮਹਿਸੂਸ ਨਾ ਹੋ। ਇੱਥੇ ਤੱਕ ਕਿ ਹਫ਼ਤੇ ਵਿੱਚ 2 ਵਾਰ ਧੀਆਂ ਉਹਨਾਂ ਨਾਲ ਮਿਲ ਕੇ ਜਾਂਦੀ। ਸੁਨੀਤਾ ਅਤੇ ਸੁਰੇਸ਼ ਜੇਲ੍ਹ ਤੋਂ ਛੁੱਟ ਕੇ ਦੁਬਾਰਾ ਮਾਂ ਤੋਂ ਮਾਫ਼ੀ ਮੰਗਣ ਪਹੁੰਚੇ ਤਾਂ ਸਿਮਰਨ ਜੀ ਨੇ ਉਹਨਾਂ ਨੂੰ ਮਾਫ਼ ਨਹੀਂ ਕੀਤਾ ਅਤੇ ਧੱਕੇ ਮਾਰ ਕੇ ਘਰ ਤੋਂ ਕੱਢ ਦਿੱਤਾ, ਇਹ ਕਹਿ ਕੇ ਕਿ ਅੱਜ ਤੋਂ ਮੇਰਾ ਬੇਟਾ ਮੇਰੇ ਲਈ ਮਰ ਚੁੱਕਾ ਹੈ। ਦੋਵੇਂ ਉੱਥੇ ਤੋਂ ਸਿਰ ਝੁਕਾਏ ਚਲੇ ਗਏ ਅਤੇ ਦਰ-ਦਰ ਦੀ ਠੋਕਰਾਂ ਖਾਂਦੇ ਰਹੇ। ਉੱਧਰ ਸਿਮਰਨ ਜੀ ਆਪਣੇ ਘਰ ਵਿੱਚ ਹੁਣ ਆਰਾਮ ਨਾਲ ਰਹਿ ਰਹੀ ਸੀ। ਧੀਆਂ ਅਤੇ ਜਵਾਈ ਉਹਨਾਂ ਦਾ ਖੂਬ ਖਿਆਲ ਰੱਖਦੇ ਸੀ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ।